हाँ जी ਡੀਅਰ ਸਟੂਡੈਂਟਸ, ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਆਏ ਹਾਂ ਉਹ ਟੌਪਿਕ ਵੱਡੀ ਗਿਣਤੀ 'ਚ ਅਜਿਹੇ ਸਟੂਡੈਂਟ ਨੇ ਜਿਨ੍ਹਾਂ ਨੂੰ ਇਸ ਟਾਈਮ ਜ਼ਰੂਰਤ ਵੀ ਆ ਅਤੇ ਸਮਝਣ ਦੀ ਲੋੜ ਵੀ ਪੈਂਦੀ ਆ, ਕਿਉਂਕਿ ਇਹਦੀ ਜਾਣਕਾਰੀ ਸਿਰਫ ਕਿਸੇ ਸਟੂਡੈਂਟ ਲਈ ਨਹੀਂ, ਕਿਸੇ ਇੱਕ ਸਟੂਡੈਂਟ ਲਈ ਨਹੀਂ, ਮਾਪਿਆਂ ਲਈ ਵੀ ਆ, ਠੀਕ ਹੈ, ਟੀਚਰਸ ਲਈ ਵੀ ਆ, ਜੋ ਵੀ ਤੁਹਾਨੂੰ ਕਿਸੇ ਵੀ ਸਟੂਡੈਂਟ ਨੂੰ, ਜਿਹੜਾ ਵੀ ਵਿਅਕਤੀ ਕਿਸੇ ਵੀ ਪੱਖ ਤੋਂ ਗਾਈਡ ਕਰਦਾ, ਠੀਕ ਹੈ, ਕਰੀਅਰ ਨੂੰ ਲੈ ਕੇ, ਤਾਂ ਉਹਦੇ ਲਈ ਇਹ ਵੀਡੀਓ ਬੜੀ ਇੰਪੋਰਟੈਂਟ ਜਾਏਗੀ। ਮੇਰੀ ਉਮੀਦ ਇਹੀ ਹੈ, ਦੇਖੋ, ਠੀਕ ਹੈ। ਬਾਕੀ ਤੁਸੀਂ ਜਦੋਂ ਸੁਣੋਗੇ ਤੁਹਾਡੀ ਫੀਡਬੈਕ ਤੋਂ ਪਤਾ ਲੱਗੂਗਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਕਮੈਂਟਸ ਦਿਓ, ਠੀਕ ਹੈ। ਚਲੋ ਆਪਾਂ ਟਾਈਮ ਨਹੀਂ ਖਰਾਬ ਕਰਦੇ, ਵੀਡੀਓ 'ਤੇ ਚੱਲਦੇ ਹਾਂ। ਵਾਂਟ ਟੂ ਨੋ ਅਬਾਊਟ ਗੌਰਮੈਂਟ ਜੌਬਸ। ਸਰਕਾਰੀ ਨੌਕਰੀ ਇਸ ਟਾਈਮ ਇੱਕ ਅਹਿਮ ਇਸ਼ੂ ਬਣਿਆ ਹੋਇਆ, ਅਹਿਮ ਮੁੱਦਾ ਬਣਿਆ ਹੋਇਆ, ਜਿਸ ਨੂੰ ਲੈ ਕੇ ਹਰ ਕੋਈ ਚਿੰਤਿਤ ਆ, ਹਰ ਕੋਈ ਚਾਹੁੰਦਾ ਵੀ ਮੈਂ ਗੌਰਮੈਂਟ ਜੌਬ ਲਵਾਂ, ਠੀਕ ਹੈ। ਵੱਡੀ ਗਿਣਤੀ 'ਚ ਲੋਕ, ਵੱਡੀ ਗਿਣਤੀ 'ਚ ਪਰਸੈਂਟੇਜ ਅਜਿਹੇ ਲੋਕਾਂ ਦੀ ਹੈ ਜਿਹੜੇ ਕਹਿੰਦੇ ਨੇ, ਸਟੂਡੈਂਟ ਵਰਗ ਦੇ ਵਿਦਿਆਰਥੀ ਜਿਹੜੇ ਕਹਿੰਦੇ ਨੇ ਵੀ ਅਸੀਂ ਗੌਰਮੈਂਟ ਜੌਬ ਲਈਏ। ਪਰ ਨੋ ਡਾਊਟ ਕਿਸੇ ਵੀ ਪੋਸਟ ਦੇ ਲਈ ਬਹੁਤ ਜ਼ਿਆਦਾ ਵਿਦਿਆਰਥੀ ਫਾਰਮ ਭਰਦੇ ਨੇ, ਪਰ ਅਜਿਹੇ ਵਿਦਿਆਰਥੀਆਂ ਦੀ ਪਰਸੈਂਟੇਜ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੌਰਮੈਂਟ ਜੌਬ ਲੈਣ ਦੇ ਪੜ੍ਹਾ ਕਿਹੜੇ ਨੇ। ਸਿਰਫ ਉਹ ਫਾਰਮ ਭਰਨਾ ਸਹੀ ਸਮਝਦੇ ਨੇ, ਫਾਰਮ ਭਰ ਦਿੰਦੇ ਨੇ, ਪੇਪਰ ਦੇ ਆਉਂਦੇ ਨੇ, ਨਾ ਉਹਨਾਂ ਦੀ ਕੋਈ ਪ੍ਰੈਪਰੇਸ਼ਨ ਨਾ ਕੁਝ ਹੋਰ, ਜਿਹਦੇ ਕਰਕੇ ਕੀ ਹੁੰਦਾ, ਉਹਨਾਂ ਦਾ ਸੁਪਨਾ ਵਿੱਚ ਹੀ ਰਹਿ ਜਾਂਦਾ। ਕਹਿਣ ਦਾ ਭਾਵ ਮੇਰਾ, ਸੁਪਨਾ ਲੈਣਾ ਹਰ ਕਿਸੇ ਦਾ ਹੱਕ ਆ, ਸੁਪਨਾ ਲਓ, ਪਰ ਸੁਪਨਾ ਪੂਰਾ ਕਰਨ ਦੇ ਲਈ ਆਪਾਂ ਨੂੰ ਉਸ ਸੁਪਨੇ ਦੇ ਪੂਰਾ ਕਰਨ ਦੇ ਰਸਤੇ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਵੀ ਪੂਰਾ ਕਰਨਾ ਚਾਹੀਦਾ, ਠੀਕ ਹੈ। ਤਾਂ ਜਾਣਕਾਰੀ ਲਓਗੇ ਫਿਰ ਹੀ ਆਪਾਂ ਕੁਝ ਕਰਾਂਗੇ। ਆਮ ਤੌਰ 'ਤੇ ਵਿਦਿਆਰਥੀ ਕੀ ਕਰਦੇ ਨੇ, ਇੱਕ ਇੰਟਰਨੈਟ ਕੈਫੇ 'ਤੇ ਗਏ, ਇੰਟਰਨੈਟ ਕੈਫੇ 'ਤੇ ਜਾ ਕੇ ਫਾਰਮ ਭਰਾਇਆ ਜਾਂਦਾ। ਮੰਨ ਲਓ ਆਪਾਂ ITBP ਦੇ ਵਿੱਚ ਪੋਸਟਾਂ ਨਿਕਲੀਆਂ, ਠੀਕ ਹੈ, SSC ਦੇ ਵਿੱਚ ਪੋਸਟਾਂ ਨਿਕਲੀਆਂ, ਵਿਦਿਆਰਥੀ ਗਏ ਜਾ ਕੇ ਪੋਸਟ ਭਰਵਾ ਜਾਂਦੀ। ਬਟ ਐਕਚੁਅਲੀ ਬਹੁਤ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਨੂੰ ਨਾ ਤਾਂ ਇਹ ਪਤਾ ਵੀ SSC ਕੀ ਚੀਜ਼ ਆ, ਨਾ ਇਹ ਪਤਾ ਵੀ ITBP ਕੀ ਚੀਜ਼ ਆ, ਨਾ ਉਹਨਾਂ ਨੂੰ ਪੋਸਟ ਦਾ ਨਾਮ ਪਤਾ, ਜਸਟ ਡਿਟੇਲ ਪੋਸਟ ਦਾ ਨਾਮ ਵੀ ਨਹੀਂ ਪਤਾ। ਕਾਂਸਟੇਬਲ ਲਿਖਿਆ ਤਾਂ ਕਾਂਸਟੇਬਲ ਮੀਨਸ ਕਾਂਸਟੇਬਲ, ਚਾਹੇ ਬ੍ਰੈਕਟ ਦੇ ਵਿੱਚ ਡਰਾਈਵਰ ਲਿਖਿਆ ਹੋਵੇ, ਕਾਂਸਟੇਬਲ ਡਰਾਈਵਰ ਨੂੰ ਡਰਾਈਵਰ ਦੀ ਪੋਸਟ ਹੋਵੇ, ਠੀਕ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ, ਇੰਨੀ ਡੀਪਲੀ ਪੜ੍ਹਨਾ ਹੀ ਨਹੀਂ ਆਉਂਦਾ। ਨੋਟੀਫਿਕੇਸ਼ਨ 'ਚ ਕਿਹੜੀਆਂ ਮੁੱਖ ਗੱਲਾਂ ਨੇ, ਹੈ ਨਾ, ਇਹਨਾਂ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੁੰਦੀ ਆ। ਫਿਰ ਆਪਾਂ ਗੌਰਮੈਂਟ ਜੌਬ ਪ੍ਰਾਪਤ ਕਰਨ ਯੋਗ ਹੋ ਸਕਦੇ ਹਾਂ ਜਾਂ ਭਰਨ ਯੋਗ ਹੋ ਸਕਦੇ। ਭਰਨੀ ਤਾਂ ਬਹੁਤ ਸੌਖੀ ਹੈ, ਦੇਖੋ, ਭਰ ਤਾਂ ਕੋਈ ਵੀ ਦੇਊਗਾ, ਬਟ ਲੈਣੀ ਕਿਵੇਂ ਆ ਤਾਂ ਉਹਦੇ ਆਪਾਂ ਨੂੰ ਪੜਾਵਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਤਾਂ ਸ਼ਾਇਦ ਤੁਹਾਡੀ ਮਿਹਨਤ ਕਰਨ ਦੇ ਬਾਵਜੂਦ ਤੁਹਾਨੂੰ ਮਿਲ ਜੇ ਪੋਸਟ, ਠੀਕ ਹੈ। ਤਾਂ ਸਮਝ ਗਏ ਅੱਜ ਦਾ ਆਪਣਾ ਟੌਪਿਕ ਕੀ ਆ, ਸਰਕਾਰੀ ਨੌਕਰੀਆਂ ਬਾਰੇ ਅਹਿਮ ਜਾਣਕਾਰੀ। ਨੋਟ ਕਿਸੇ ਪਰਟੀਕੂਲਰ ਇੱਕ ਨੌਕਰੀ ਬਾਰੇ ਗੱਲ ਕਰਾਂਗੇ, ਆਪਾਂ ਸਾਰੀਆਂ ਬਾਰੇ ਜਾਣਕਾਰੀ ਲਵਾਂਗੇ ਵੀ ਜਿਵੇਂ ਕਿਹੜੇ ਵਿਭਾਗ ਹੁੰਦੇ ਨੇ ਆਮ ਤੌਰ 'ਤੇ ਜਿਹੜੇ ਪੋਸਟਾਂ ਕੱਢਦੇ ਨੇ, ਕੀ ਆਮ ਤੌਰ 'ਤੇ ਕਾਮਨਲੀ ਕਿਸੇ ਪਰਟੀਕੂਲਰ ਇੱਕ ਜੌਬ ਲਈ ਨਹੀਂ ਗੱਲ ਕਰਾਂਗੇ ਆਪਾਂ, ਜਸਟ ਵੈਸੀ ਜਾਣਕਾਰੀ ਲੈ ਰਹੇ ਵੀ ਸਰਕਾਰੀ ਨੌਕਰੀ ਜਿਹੜਾ ਬੰਦਾ ਏਮ ਬਣਾ ਲੈਂਦਾ ਤਾਂ ਉਹਨੂੰ ਪੂਰਾ ਕਰਨ ਲਈ ਕੀ ਕੁਛ ਧਿਆਨ ਦੇਵੇ, ਮੇਨ ਗੱਲਾਂ ਕਿਹੜੀਆਂ ਧਿਆਨ ਦੇਵੇ, ਜਿੰਨਾ ਕੁ ਮੇਰੀ ਨੌਲੇਜ 'ਚ ਆ। ਉਸ ਤੋਂ ਬਾਅਦ ਵੀ ਡਿਟੇਲ ਤਾਂ ਬਹੁਤ ਹੁੰਦੀ ਆ, ਹੈ ਨਾ। ਏਮ ਬਣਾਵੇ, ਸਭ ਤੋਂ ਪਹਿਲਾਂ ਤਾਂ ਏਮ ਬਣਾਵੇ, ਬਾਕੀ ਸਾਰਾ ਕੁਝ ਬਾਅਦ 'ਚ ਆ। ਜਦੋਂ ਵਿਦਿਆਰਥੀ ਏਮ ਬਣਾ ਲੈਂਦਾ ਤਾਂ ਸਮਝ ਗਏ ਉਹਦੀ ਚੰਗੀ ਸ਼ੁਰੂਆਤ ਹੋ ਜਾਂਦੀ ਆ, ਫਿਰ ਉਹ ਵਿਦਿਆਰਥੀ ਅੱਗੇ ਵੱਧ ਸਕਦਾ, ਠੀਕ ਹੈ। ਤਾਂ ਆਪਾਂ ਅੱਜ ਇਸ ਟੌਪਿਕ ਦੇ ਵਿੱਚ ਕੀ ਦੇਖਾਂਗੇ ਵੀ ਕਿਹੜੀਆਂ ਗੱਲਾਂ ਦਾ ਮੁੱਖ ਧਿਆਨ ਰੱਖੀਏ, ਠੀਕ ਹੈ। ਹੁਣ ਦੇਖੋ, ਚੱਲਦੇ ਆਪਾਂ ਸਲਾਈਡ 'ਤੇ। ਪਹਿਲਾਂ ਇਹ ਜਿਹੜੇ ਤੁਹਾਨੂੰ ਲਿਸਟ ਦਿੱਤੀ ਵੀ ਹੈ ਨਾ, ਇਹ ਮੁੱਖ ਮੇਨ ਡਿਪਾਰਟਮੈਂਟਸ ਨੇ, ਸਮਝੇ। ਡਿਪਾਰਟਮੈਂਟ ਕੀ ਹੁੰਦਾ, ਵਿਭਾਗ ਹੁੰਦਾ ਜਿਹੜਾ ਪੋਸਟਾਂ, ਜਿਹਦੇ ਰਾਹੀਂ ਆਪਾਂ ਪੋਸਟਾਂ ਦੀ ਭਰਤੀ ਕਰਦੇ ਹਾਂ, ਠੀਕ ਹੈ। ਤਾਂ ਸੁਣੇ ਤਾਂ ਤੁਸੀਂ ਵੀ ਹੋਣਗੇ, ਸੁਣੇ ਤਾਂ ਕੈਂਡੀਡੇਟਸ ਨੇ ਵੀ ਹੋਣਗੇ, SSC IBPS SSB PPSC UPSC ਸਭ ਕੁਝ ਸੁਣਿਆ, ਬਟ ਹੈ ਕੀ ਆ, ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ। ਇੱਥੋਂ ਤੱਕ ਕਿ ਬੱਚਿਆਂ ਦੇ ਮਾਪਿਆਂ ਤੱਕ ਨੂੰ ਵੀ ਬਹੁਤ ਘੱਟ ਨੂੰ ਪਤਾ ਹੁੰਦਾ ਇਸ ਚੀਜ਼ ਬਾਰੇ, ਠੀਕ ਹੈ। ਤਾਂ ਅੱਜ ਆਪਾਂ ਇਸ ਜਾਣਕਾਰੀ ਨੂੰ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਇੰਸਟੀਟਿਊਸ਼ਨਸ,
ਮਤਲਬ ਕਿਹੜੇ ਸੰਸਥਾਵਾਂ ਦੁਆਰਾ ਆਮ ਤੌਰ 'ਤੇ ਪੋਸਟਾਂ ਕੱਢੀਆਂ ਜਾਂਦੀਆਂ ਨੇ। ਇਹਦਾ ਮਤਲਬ ਇਹ ਨਹੀਂ ਹੈਗਾ ਵੀਡੀਓ ਦੇ ਵਿੱਚ ਦਿੱਤੇ ਹੋਏ ਸਿਰਫ ਇਹਨਾਂ ਡਿਪਾਰਟਮੈਂਟਾਂ ਦੁਆਰਾ ਹੀ ਪੋਸਟਾਂ ਕੱਢੀਆਂ ਜਾਂਦੀਆਂ ਨੇ, ਬਲਕਿ ਇਹ ਸਿਰਫ ਮੈਂ ਮੇਨ ਡਿਪਾਰਟਮੈਂਟਸ ਦੀ ਗੱਲ ਕਰ ਰਿਹਾ। ਬਾਕੀ ਕੱਢੀਆਂ ਤਾਂ ਹਰੇਕ ਡਿਪਾਰਟਮੈਂਟ ਦੁਆਰਾ ਆਪੋ ਆਪਣੀਆਂ ਪੋਸਟਾਂ ਜਾਂਦੀਆਂ ਨੇ, ਪਰ ਕੁਛ ਕੁ ਤਾਂ ਬੇਸਿਕ ਜਾਣਕਾਰੀ ਹੋਵੇ ਨਾ, ਪੜ੍ਹਨਾ ਤਾਂ ਸਮਝ ਲਈਏ ਨਾ, ਸਿੱਖ ਲਈਏ ਵੀ ਹਾਂ ਕਿਹੜੇ ਡਿਪਾਰਟਮੈਂਟ ਹੁੰਦੇ ਨੇ ਮੁੱਖ ਤੌਰ 'ਤੇ। ਨਾਟ ਆਲ, ਸਾਰੇ ਨਹੀਂ, ਹੋਰ ਵੀ ਵੱਡੀ ਗਿਣਤੀ 'ਚ ਡਿਪਾਰਟਮੈਂਟ ਨੇ, ਹਰੇਕ ਡਿਪਾਰਟਮੈਂਟ ਆਪਦੀ ਪੋਸਟ ਕੱਢ ਸਕਦਾ, ਬਟ ਮੇਰਾ ਮਤਲਬ ਤੁਹਾਨੂੰ ਬੇਸਿਕ ਜਾਣਕਾਰੀ ਦੇਣ ਦਾ। ਤਾਂ ਬੇਸਿਕ ਜਾਣਕਾਰੀ ਦਾ ਪੜਾਅ ਗਾ ਇਹ। ਤਾਂ ਸਭ ਤੋਂ ਪਹਿਲਾਂ ਮੈਂ ਕੀ ਲਿਖਿਆ, SSC ਸਟਾਫ ਸਿਲੈਕਸ਼ਨ ਕਮਿਸ਼ਨ। ਸਟਾਫ ਸਿਲੈਕਸ਼ਨ ਕਮਿਸ਼ਨ ਇਹ ਅਜਿਹਾ ਡਿਪਾਰਟਮੈਂਟ ਆ, ਪਹਿਲਾਂ ਗੱਲ ਨੂੰ ਲੌਜੀਕਲੀ ਸਮਝਿਓ, ਦੇਖੋ ਸਟੈਪ ਬਾਏ ਸਟੈਪ, ਵੀਡੀਓ ਨੂੰ ਸਕਿਪ ਨਾ ਕਰਿਓ, ਠੀਕ ਹੈ। SSC ਸਟਾਫ ਸਿਲੈਕਸ਼ਨ ਕਮਿਸ਼ਨ ਇਹ ਕੇਂਦਰ ਸਰਕਾਰ ਦਾ ਡਿਪਾਰਟਮੈਂਟ ਆ। ਇਹ ਡਿਪਾਰਟਮੈਂਟ ਦਾ ਕੀ ਕੰਮ ਆ, ਕੇਂਦਰ ਸਰਕਾਰ ਦੇ ਬਾਕੀ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਉਮੀਦਵਾਰਾਂ ਦੀ ਜਾਂ ਕਰਮਚਾਰੀਆਂ ਦੀ ਜਾਂ ਪੋਸਟਾਂ ਦੀ ਜ਼ਰੂਰਤ ਆ, ਉਹਨਾਂ ਡਿਪਾਰਟਮੈਂਟਾਂ ਤੋਂ ਜ਼ਰੂਰਤ ਮੰਗਵਾ ਕੇ, ਮਤਲਬ ਇਸ ਡਿਪਾਰਟਮੈਂਟ ਤੱਕ ਪਹੁੰਚ ਜਾਂਦੀ ਹੈ ਸੂਚਨਾ ਵੀ ਸਾਨੂੰ, ਮੰਨ ਲਓ ਕਿ ABC ਡਿਪਾਰਟਮੈਂਟ ਆ ਸੈਂਟਰਲ ਗੌਰਮੈਂਟ ਦਾ, ਠੀਕ ਹੈ, ਤਾਂ ਉਹ ABC ਡਿਪਾਰਟਮੈਂਟ ਨੇ SSC ਨੂੰ ਕਹਿਣਾ ਵੀ ਸਾਨੂੰ ਇੰਨੇ ਬੰਦਿਆਂ ਦੀ ਜ਼ਰੂਰਤ ਆ, ਠੀਕ ਹੈ, ਇਸ ਪੋਸਟ ਲਈ। ਤਾਂ SSC ਦਾ ਕੀ ਕੰਮ ਆ, ਉਹ ਉਹਨਾਂ ਪੋਸਟਾਂ ਦੇ ਲਈ ਕਰਮਚਾਰੀਆਂ ਦੀ ਭਰਤੀ ਕਰਨਾ। ਸਾਰੀ ਪ੍ਰਕਿਰਿਆ ਕੌਣ ਕਰਦਾ, SSC ਸਟਾਫ ਸਿਲੈਕਸ਼ਨ ਕਮਿਸ਼ਨ। ਫੋਰ ਐਗਜ਼ਾਮਪਲ ਆਪਾਂ ਲੈਂਦੇ ਹਾਂ, ਜਦੋਂ SSC ਦੀਆਂ ਪੋਸਟਾਂ ਨਿਕਲਦੀਆਂ ਨੇ ਤਾਂ ਉਹਦੇ ਵਿੱਚ ਦੇਖੋ SSC ਦੀਆਂ ਪੋਸਟਾਂ ਨਿਕਲੀਆਂ ਨੇ, ਠੀਕ ਹੈ, ਉਹਦੇ ਵਿੱਚ ਕਈ ਵਾਰ ਤਾਂ ਫੌਜ ਦੀ ਭਰਤੀ ਹੋਈ ਹੁੰਦੀ ਆ, ਵੱਖ ਫੌਜ ਦੇ ਵਿੰਗਸ ਦੇ ਵਿੱਚ, ਠੀਕ ਹੈ, ਕਈ ਵਾਰ ਐਕਸਾਈਜ਼ ਇੰਸਪੈਕਟਰ, ਇਨਕਮ ਟੈਕਸ ਇੰਸਪੈਕਟਰ, ਭਾਂਤੋਂ ਮਤਲਬ ਹਰੇਕ ਡਿਪਾਰਟਮੈਂਟ ਦੇ ਵਿੱਚ ਇਸ ਡਿਪਾਰਟਮੈਂਟ ਦੁਆਰਾ ਸਿਲੈਕਸ਼ਨ ਕਰਕੇ ਯੋਗ ਕਰਮਚਾਰੀਆਂ ਨੂੰ ਭੇਜਿਆ ਜਾਂਦਾ। ਕਲੀਅਰ ਹੋ ਗਈ ਗੱਲ? ਮੀਨਸ ਇਹ ਖੁਦ ਲਈ ਭਰਤੀ ਨਹੀਂ ਕਰਦਾ, ਇਹ ਹੋਰ ਡਿਪਾਰਟਮੈਂਟਾਂ ਲਈ ਭਰਤੀ ਕਰਦਾ, ਕੇਂਦਰ ਸਰਕਾਰ ਲਈ, ਸਮਝ ਗਏ, ਕੇਂਦਰ ਦੇ ਡਿਪਾਰਟਮੈਂਟਸ ਦੇ ਲਈ। ਕਲੀਅਰ ਹੋ ਗਈ ਗੱਲ? ਤਾਂ ਹੁਣ ਆਮ ਤੌਰ 'ਤੇ ਜਿਹੜੀ SSC ਆ ਉਹਦੇ ਵਿੱਚ ਦੇਖੋ ਮੁੱਖ ਤੌਰ 'ਤੇ 2 ਟੈਸਟ ਹੁੰਦੇ ਨੇ। SSC ਦੁਆਰਾ ਮੁੱਖ ਤੌਰ ਤੇ 2 ਟੈਸਟ ਲਏ ਜਾਂਦੇ ਨੇ। ਇੱਕ ਤਾਂ ਹੁੰਦਾ ਦੇਖੋ 3 ਟੈਸਟ ਲਏ ਜਾਂਦੇ ਨੇ। ਇੱਕ ਤਾਂ ਆਪਣਾ ਮਲਟੀਟਾਸਕਿੰਗ ਸਟਾਫ ਦਾ ਹੁੰਦਾ, ਇੱਕ LDC ਲੋਅਰ ਡਿਵੀਜ਼ਨ ਕਲਰਕਾਂ ਦੀ ਭਰਤੀ ਹੁੰਦੀ ਆ, ਇੱਕ ਇਹਦੇ 'ਚ ਗ੍ਰੈਜੂਏਸ਼ਨ ਬੇਸ 'ਤੇ UDC ਵਗੈਰਾ ਜਾਂ ਇਨਕਮ ਟੈਕਸ ਵਗੈਰਾ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਕੀਤੀ ਜਾਂਦੀ ਹੈ। ਮੁੱਖ ਤੌਰ 'ਤੇ 3 ਹੁੰਦੇ ਨੇ, ਬਾਕੀ ਇਹਦੇ ਵਿੱਚ ਫੌਜ ਵਗੈਰਾ ਹੋਰ ਕਈ ਤਰ੍ਹਾਂ ਦੇ ਹੋਰ ਵੀ ਟੈਸਟ ਹੁੰਦੇ ਨੇ, ਬਟ ਮੇਨਲੀ ਮੈਂ ਤੁਹਾਨੂੰ ਦੱਸਿਆ ਇਹ 3 ਟੈਸਟ ਲਏ ਜਾਂਦੇ ਨੇ ਸਾਲ ਦੇ ਵਿੱਚ, ਲਗਭਗ ਹਰੇਕ ਸਾਲ ਹੀ ਲਏ ਜਾਂਦੇ ਨੇ। ਸਮਝ ਗਏ ਸਟਾਫ ਸਿਲੈਕਸ਼ਨ ਕਮਿਸ਼ਨ ਕੀ ਚੀਜ਼ ਆ? ਚਲੋ ਦੂਜਾ ਹੋ ਗਿਆ IBPS। ਸੌਰੀ, IBPS ਦੀ ਮੈਂ ਫੁੱਲ ਫਾਰਮ ਗਲਤੀ ਨਾਲ ਸਟਾਫ ਸਿਲੈਕਸ਼ਨ ਕਮਿਸ਼ਨ ਹੀ ਲਿਖ ਗਿਆ, ਠੀਕ ਹੈ, ਧਿਆਨ ਦਿਓ। ਜਿਹੜਾ ਦੂਜੇ 'ਤੇ ਆ ਉਹਦੇ 'ਤੇ IBPS ਇੱਕ ਅਲੱਗ ਡਿਪਾਰਟਮੈਂਟ ਆ, ਮੈਂ ਉਹਦੀ ਫੁੱਲ ਫਾਰਮ ਗਲਤੀ ਨਾਲ ਸਟਾਫ ਸਿਲੈਕਸ਼ਨ ਕਮਿਸ਼ਨ ਹੀ ਲਿਖ ਗਿਆ, ਇਹਨੂੰ ਇਗਨੋਰ ਕਰ ਦਿਓ ਪਲੀਜ਼, ਠੀਕ ਹੈ। ਤਾਂ ਇਹਦੀ ਫੁੱਲ ਫਾਰਮ ਕੀ ਹੁੰਦੀ ਹੈ? ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ, ਠੀਕ ਹੈ, ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ, ਠੀਕ ਹੈ। ਨਾਮ ਤੋਂ ਪਤਾ ਲੱਗ ਗਿਆ ਹੋ ਵੀ ਇਹਦਾ ਨਾਮ ਬੈਂਕਿੰਗ ਨਾਲ ਸੰਬੰਧਿਤ ਆ, ਤਾਂ ਇਹਦੇ ਵਿੱਚ ਜਿਹੜੀਆਂ ਪੋਸਟਾਂ ਨੇ ਬੈਂਕਿੰਗ ਦੀਆਂ ਨਿਕਲਣਗੀਆਂ, ਨਾਮ ਤੋਂ ਪਤਾ ਲੱਗ ਗਿਆ, ਠੀਕ ਹੈ। ਤਾਂ ਹੁਣ ਮੇਰੀ ਗੱਲ ਨੂੰ ਫੇਰ ਸਮਝੋ। ਦੇਖੋ ਆਪਣੇ 2 ਪ੍ਰਕਾਰ ਦੇ ਬੈਂਕ ਹੁੰਦੇ ਨੇ, ਇੱਕ ਨੈਸ਼ਨਲਾਈਜ਼ਡ, ਇੱਕ ਪ੍ਰਾਈਵੇਟ ਬੈਂਕ। ਜਿਹੜੇ ਤਾਂ ਪ੍ਰਾਈਵੇਟ ਬੈਂਕ ਨੇ ਉਹਨਾਂ ਦਾ ਇਸ ਡਿਪਾਰਟਮੈਂਟ ਨਾਲ ਕੋਈ ਸੰਬੰਧ ਨਹੀਂ ਹੁੰਦਾ, ਸਮਝ ਗਏ, ਭਰਤੀ ਦੇ ਪੱਖ ਤੋਂ। ਪਰੰਤੂ ਜਿਹੜੇ ਨੈਸ਼ਨਲਾਈਜ਼ਡ ਬੈਂਕ ਨੇ ਨਾ, ਉਹਨਾਂ ਬੈਂਕਾਂ ਦੇ ਵਿੱਚ ਕੀ ਹੋ ਗਿਆ ਅੱਜ ਕੱਲ੍ਹ, ਕੀ ਪ੍ਰਣਾਲੀ ਚੱਲ ਰਹੀ ਆ? ਮੰਨ ਲਓ ਆਪਣੇ ਕੋਲ 10 ਨੈਸ਼ਨਲਾਈਜ਼ਡ ਬੈਂਕ ਨੇ। ਅੱਗੇ ਕੀ ਹੁੰਦਾ ਸੀ, ਹਰੇਕ ਬੈਂਕ ਆਪੋ ਆਪਣੀਆਂ ਪੋਸਟਾਂ ਦੀ ਭਰਤੀ ਕਰਦਾ ਸੀ, ਠੀਕ ਹੈ, ਆਪੋ ਆਪਣੇ ਬੈਂਕ ਦੇ ਵਿੱਚ ਜਿੰਨੀਆਂ ਬੰਦਿਆਂ ਦੀ ਲੋੜ ਸੀ ਉਹ ਭਰਤੀ ਕਰ ਦਿੰਦੇ ਸੀ। ਪਰ ਹੁਣ ਇਹ ਸਾਰੇ ਬੈਂਕ ਲਗਭਗ ਕਾਮਨਲੀ ਇੱਕ ਸੰਸਥਾ ਦੇ ਦੁਆਰਾ ਆਪਣੇ ਕਰਮਚਾਰੀਆਂ ਦੀ ਭਰਤੀ ਕਰਦੇ ਨੇ। ਤਾਂ ਉਹ ਸੰਸਥਾ ਦਾ ਨਾਮ ਕੀ ਆ? IBPS। ਹੋ ਗਈ ਗੱਲ ਕਲੀਅਰ? IBPS। ਤਾਂ IBPS ਅਜਿਹਾ ਡਿਪਾਰਟਮੈਂਟ ਆ ਜਾਂ ਅਜਿਹਾ ਕੇਂਦਰ ਬਿੰਦੂ ਆ ਜਿਹੜਾ ਬਾਕੀ ਬੈਂਕਾਂ ਦੇ ਵਿੱਚ ਕਰਮਚਾਰੀਆਂ ਦੀ ਭਰਤੀ ਕਰਕੇ ਸੰਬੰਧਿਤ ਬੈਂਕਾਂ ਦੇ ਵਿੱਚ ਭੇਜਦਾ, ਠੀਕ ਹੈ। ਕਲੀਅਰ ਹੋ ਗਈ ਗੱਲ? ਤਾਂ IBPS ਦੇ ਵਿੱਚ ਇੱਕ ਧਿਆਨ 'ਚ ਰੱਖਿਓ, IBPS ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨਹੀਂ ਆਉਂਦਾ। ਸਟੇਟ ਬੈਂਕ ਆਫ ਇੰਡੀਆ ਆਪਣੀ ਭਰਤੀ ਆਪ ਕਰਦਾ, ਠੀਕ ਹੈ। ਤਾਂ ਹੁਣ ਜਿਹੜਾ IBPS ਆ
ਇਹ ਵੀ ਲਗਭਗ 3 ਕਿਸਮ ਦੇ ਪੇਪਰ ਲੈਂਦਾ। ਸਮਝ ਗਏ, ਲਗਭਗ 3 ਕਿਸਮ ਦੇ ਪੇਪਰ ਲੈਂਦਾ। ਕਿਹੜੇ ਮੇਨਲੀ ਗੱਲ ਕਰੂੰਗਾ, ਇੱਕ ਤਾਂ RRB ਤੁਸੀਂ ਸੁਣਿਆ ਹੋਊਗਾ। ਵੈਸੇ ਡਿਟੇਲ 'ਚ ਇੰਨੀ 'ਚ ਜਾਣ ਦਾ ਫਾਇਦਾ ਨਹੀਂ, ਕਿਉਂਕਿ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਇੰਨਾ ਸਮਝਾਉਣਾ ਬਹੁਤ ਮੁਸ਼ਕਿਲ ਆ। ਮੇਰੀ ਕੋਸ਼ਿਸ਼ ਰਹੂਗੀ ਬਾਅਦ ਦੇ ਵਿੱਚ ਫਿਰ ਮੈਂ ਵੀਡੀਓਜ਼ ਲੈ ਕੇ ਆਵਾਂ SSC ਬਾਰੇ ਅਲੱਗ ਤੋਂ, IBPS ਬਾਰੇ ਅਲੱਗ ਤੋਂ, SSSB ਬਾਰੇ ਅਲੱਗ ਤੋਂ, ਠੀਕ ਹੈ। ਬਟ ਫਿਲਹਾਲ ਆਪਾਂ ਬੇਸਿਕ ਜੀ ਜਾਣਕਾਰੀ ਲਵਾਂਗੇ। IBPS ਬੈਂਕਾਂ ਦੇ ਵਿੱਚ, ਪੇਂਡੂ ਬੈਂਕਾਂ ਦੇ ਵਿੱਚ ਵੀ ਪੇਂਡੂ ਖੇਤਰੀ ਬੈਂਕ ਹੁੰਦੇ ਨੇ, ਜਿਵੇਂ ਮਾਲਵਾ ਗ੍ਰਾਮੀਣ ਬੈਂਕ ਹੋ ਗਏ, ਹੋਰ ਹੋ ਗਏ RRB, ਠੀਕ ਹੈ। ਇਹਨਾਂ ਬੈਂਕਾਂ ਦੇ ਵਿੱਚ ਜਾਂ ਕਲੈਰੀਕਲ ਬੈਂਕਾਂ ਦੇ ਵਿੱਚ ਕਲੈਰੀਕਲ ਅਤੇ ਪ੍ਰੋਬੇਸ਼ਨਰੀ ਆਫਿਸਰ, ਇਹਨਾਂ ਦੀਆਂ ਭਰਤੀ ਕਰਨ ਦੇ ਲਈ IBPS ਪੋਸਟਾਂ ਕੱਢਦਾ, ਠੀਕ ਹੈ। ਤਾਂ ਅੱਗੇ ਲਈ ਜਦੋਂ ਤੁਸੀਂ ਪੋਸਟ ਦੇਖੋ ਤਾਂ ਨਾਲ ਦੀ ਨਾਲ ਸਮਝੋ ਬੈਂਕ ਦੀ ਪੋਸਟਾਂ ਤਾਂ ਵੀ IBPS ਨੇ ਕੱਢੀ ਹੈ, ਪਹਿਲਾਂ ਚੈੱਕ ਕਰੋ, ਡਿਟੇਲ ਚੈੱਕ ਕਰੋ, ਠੀਕ ਹੈ। ਇਹ ਵੀ ਕੇਂਦਰ ਸਰਕਾਰ ਵੱਲੋਂ ਆ ਗਿਆ, ਠੀਕ ਹੈ, ਕਿਉਂਕਿ ਬੈਂਕਾਂ ਦੀਆਂ ਪੋਸਟਾਂ ਆਮ ਤੌਰ 'ਤੇ ਕੇਂਦਰ ਲੈਵਲ 'ਤੇ ਹੀ ਨਿਕਲਦੀਆਂ ਨੇ। ਅੱਗੇ ਆ ਗਿਆ SSSB, SSSB। ਇਹ ਬੜਾ ਸੁਣਿਆ ਹੋਊਗਾ ਤੁਸੀਂ, ਆਮ ਹੀ ਨਿਕਲਦੀਆਂ ਰਹਿੰਦੀਆਂ। ਪਹਿਲੀ ਗੱਲ ਤਾਂ ਪੰਜਾਬ ਦਾ ਡਿਪਾਰਟਮੈਂਟ ਆ, ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ, ਇੱਕ ਬੋਰਡ ਆ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ। ਇਹ ਬੋਰਡ ਅਜਿਹਾ ਬੋਰਡ ਆ ਜਿਹੜਾ ਬਿਲਕੁਲ ਲਗਭਗ SSC ਦੇ ਮੁਤਾਬਿਕ ਕੰਮ, SSC ਦੇ ਵਾਂਗੂ ਕੰਮ ਕਰਦਾ। ਕਹਿਣ ਦਾ ਭਾਵ ਜਿਵੇਂ ਕੇਂਦਰ ਦੇ ਸਾਰੇ ਡਿਪਾਰਟਮੈਂਟਾਂ ਦੀ ਭਰਤੀ, ਕੇਂਦਰ ਦੇ ਵੱਡੀ ਗਿਣਤੀ ਡਿਪਾਰਟਮੈਂਟਾਂ ਦੀ ਭਰਤੀ SSC ਦੁਆਰਾ ਕੀਤੀ ਜਾਂਦੀ ਆ, ਉਵੇਂ ਪੰਜਾਬ ਦੇ ਵੱਡੀ ਗਿਣਤੀ ਡਿਪਾਰਟਮੈਂਟਾਂ ਦੀ ਭਰਤੀ SSSB ਦੁਆਰਾ ਕੀਤੀ ਜਾਂਦੀ ਆ। ਇਹਦੇ ਬਾਰੇ ਵੀ ਥੋੜ੍ਹੀ ਜਿਹੀ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਸਪੋਜ਼ ਕਰੋ ਆਪਣੇ ਕੋਲ ਕੋਈ ਵੀ ਪੋਸਟ ਆਈ, ਠੀਕ ਹੈ, ਮੰਨ ਲਓ ਫੂਡ ਸਪਲਾਈ ਦੇ ਵਿੱਚ, ਫੂਡ ਸਪਲਾਈ ਇੱਕ ਡਿਪਾਰਟਮੈਂਟ ਹੈ ਨਾ ਪੰਜਾਬ ਦਾ, ਫੂਡ ਸਪਲਾਈ ਦੇ ਵਿੱਚ ਇੰਸਪੈਕਟਰਾਂ ਦੀ ਭਰਤੀ ਆਈ, ਠੀਕ ਹੈ। ਤਾਂ ਫੂਡ ਸਪਲਾਈ ਡਿਪਾਰਟਮੈਂਟ ਦੁਆਰਾ ਮੰਨ ਲਓ 20 ਇੰਸਪੈਕਟਰ ਚਾਹੀਦੇ ਨੇ ਉਹਨਾਂ ਨੂੰ, ਤਾਂ 20 ਇੰਸਪੈਕਟਰਾਂ ਦੀ ਭਰਤੀ ਕਰਨ ਦੀ ਮੰਗ SSSB ਡਿਪਾਰਟਮੈਂਟ ਨੂੰ ਦਿੱਤੀ ਜਾਂਦੀ ਹੈ, ਅਤੇ SSB ਡਿਪਾਰਟਮੈਂਟ ਆਪਣੇ ਲੈਵਲ 'ਤੇ ਐਡਵਰਟਾਈਜ਼ਮੈਂਟ ਦਿੰਦਾ, ਸਭ ਕੁਝ ਦਿੰਦਾ ਹੈ ਨਾ। ਤਾਂ ਸਾਰੀ ਪ੍ਰਕਿਰਿਆ ਨੂੰ ਪੂਰੀ ਕਰਕੇ 20 ਇੰਸਪੈਕਟਰ ਉੱਥੇ ਭੇਜ ਦਿੰਦਾ। ਤਾਂ SSSB ਖੁਦ ਇੱਕ ਅਜਿਹਾ ਡਿਪਾਰਟਮੈਂਟ ਹੈ ਜਿਹੜਾ ਬਾਕੀ ਡਿਪਾਰਟਮੈਂਟਾਂ ਦੇ ਲਈ ਕਰਮਚਾਰੀਆਂ ਦੀ ਚੋਣ ਕਰਕੇ ਭਰਤੀ ਕਰਦਾ, ਠੀਕ ਹੈ। ਤਾਂ ਇਹ ਧਿਆਨ 'ਚ ਰੱਖਿਓ, ਇਹ ਆਪਣੇ ਲਈ ਭਰਤੀ ਨਹੀਂ ਕਰਦਾ। ਵੀ ਆਪਣੇ ਲਈ ਵੀ ਕਦੇ ਪੋਸਟ ਨਿਕਲ ਜਾਏ, ਪਰ ਮੇਨਲੀ ਇਹਨਾਂ ਦਾ ਪਰਪਸ ਕੀ ਹੁੰਦਾ, ਦੂਜੇ ਡਿਪਾਰਟਮੈਂਟਾਂ ਦੇ ਲਈ ਭਰਤੀ ਕਰਨਾ, ਠੀਕ ਹੈ। ਕਲੀਅਰ ਹੋ ਗਈ ਗੱਲ। ਹੁਣ ਆਪਾਂ ਆ ਜਾਓ ਤੀਜਾ ਡਿਪਾਰਟਮੈਂਟ, ਤੀਜੇ ਬਾਰੇ ਜਿਹੜਾ SSSB ਆ ਨਾ, ਇਹਦੇ ਬਾਰੇ ਤਾਂ ਵੈੱਬਸਾਈਟ ਨੂੰ ਚੈੱਕ ਕਰੋ, ਇਹਦੇ 'ਚ ਸਾਰਾ ਕੁਛ ਡਿਟੇਲ ਤੁਹਾਨੂੰ ਮਿਲ ਜਾਏਗੀ। ਜਿੰਨੀਆਂ ਵੀ ਲਗਭਗ ਪੰਜਾਬ ਦੀਆਂ ਪੋਸਟਾਂ ਨੇ ਇਹਨਾਂ ਰਾਹੀਂ ਕੱਢੀਆਂ ਜਾਂਦੀਆਂ ਨੇ, ਠੀਕ ਹੈ। ਅੱਗੇ ਆ ਗਿਆ PPSC, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਠੀਕ ਹੈ। ਇਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਇਹ ਪੰਜਾਬ ਲੈਵਲ 'ਤੇ ਤਹਿਸੀਲਦਾਰ ਸਾਹਿਬ, ਠੀਕ ਹੈ, PCS ਅਜਿਹੇ ਲੈਵਲ ਦੀਆਂ, ਹਾਈ ਲੈਵਲ ਦੀਆਂ, ਹਾਈ ਰੈਂਕਿੰਗ ਦੀਆਂ ਪੋਸਟਾਂ, ਹੈਡਮਾਸਟਰ, ਪ੍ਰਿੰਸੀਪਲਸ, ਇਹਨਾਂ ਦੀ ਭਰਤੀ ਦੇ ਲਈ ਇਸ ਡਿਪਾਰਟਮੈਂਟ ਦੁਆਰਾ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਆ। ਇਹ ਵੀ ਸੇਮ ਗੱਲਬਾਤ ਆ। ਮੰਨ ਲਓ ਸਿੱਖਿਆ ਵਿਭਾਗ ਨੂੰ, ਪੰਜਾਬ ਦੇ ਸਿੱਖਿਆ ਵਿਭਾਗ ਨੂੰ ਪ੍ਰਿੰਸੀਪਲਾਂ ਦੀ ਜ਼ਰੂਰਤ ਆ, ਤਾਂ ਉਹਨਾਂ ਨੇ ਪ੍ਰਿੰਸੀਪਲਾਂ ਦੀ ਭਰਤੀ ਦੇ ਲਈ ਇਹ ਸਾਰੀ ਪ੍ਰਕਿਰਿਆ ਦਾ ਜ਼ਿੰਮਾ ਕਿਹਨੂੰ ਦਿੱਤਾ, PPSC ਨੂੰ। ਤਾਂ PPSC ਨੇ ਭਰਤੀ ਕਰਕੇ ਕਰਮਚਾਰੀ ਕਿੱਧਰ ਭੇਜਤੇ, ਪ੍ਰਿੰਸੀਪਲ ਸੰਬੰਧਿਤ ਸਿੱਖਿਆ ਵਿਭਾਗ ਦੇ ਵਿੱਚ, ਠੀਕ ਹੈ। ਤਾਂ PPSC ਪੰਜਾਬ ਲੈਵਲ 'ਤੇ ਹੁੰਦਾ, ਹਾਈ ਲੈਵਲ ਦੀਆਂ ਪੋਸਟਾਂ ਵਾਸਤੇ ਹੁੰਦਾ। ਸੇਮ ਟੂ ਸੇਮ UPSC ਹੁੰਦਾ ਕੇਂਦਰ ਲੈਵਲ 'ਤੇ, ਜਿਵੇਂ IAS ਸੁਣਿਆ ਨਾ, IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼, ਮਤਲਬ IAS ਲੈਵਲ ਦੀਆਂ ਪੋਸਟਾਂ, ਠੀਕ ਹੈ। ਵੱਡੇ ਲੈਵਲ ਦੀਆਂ, ਇੰਡੀਆ ਲੈਵਲ ਦੀਆਂ ਬਹੁਤ ਉੱਚ ਪੱਧਰੀ ਪੋਸਟਾਂ ਦੇ ਲਈ UPSC ਦੇ ਰਾਹੀਂ ਭਰਤੀ ਕੀਤੀ ਜਾਂਦੀ ਹੈ। ਇਹਦੇ 'ਚ ਵੀ ਥੋੜ੍ਹੀ ਜਿਹੀ ਗਲਤੀ ਹੋ ਗਈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪੰਜਾਬ ਨਹੀਂ ਲਿਖਣਾ, ਇਹ ਇੰਡੀਆ ਲੈਵਲ ਦਾ ਹੁੰਦਾ ਡਿਪਾਰਟਮੈਂਟ। ਉਦੋਂ ਕੀ ਆ ਗਿਆ BFUHS, ਇਹਦਾ ਨਾਮ ਪਿਛਲੇ ਕੁਝ ਸਮੇਂ ਤੋਂ ਆਪਾਂ ਸੁਣ ਰਹੇ ਹਾਂ। ਵੈਸੇ ਯੂਨੀਵਰਸਿਟੀ ਵਾਈਜ਼ ਤਾਂ ਇਹਦਾ ਨਾਮ ਬਹੁਤ ਚੱਲਦਾ ਪਹਿਲੇ ਦਿਨ ਤੋਂ ਹੀ, ਬਟ ਜਿਹੜੇ ਪੋਸਟਾਂ ਦੀ ਭਰਤੀ ਦੇ ਵਿੱਚ ਕੁਝ ਕੁ ਸਮੇਂ ਤੋਂ ਸੁਣ ਰਹੇ ਹਾਂ। ਇਹ ਵੀ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਪੰਜਾਬ ਦੇ ਵਿੱਚ ਜਿਹਦੇ ਰਾਹੀਂ ਪੋਸਟਾਂ ਦੀ ਭਰਤੀ ਕੀਤੀ ਜਾਂਦੀ ਆ, ਠੀਕ ਹੈ। ਦੇਖੋ ਇਹਦੇ 'ਚ ਧਿਆਨ ਰੱਖਿਓ, ਜਦੋਂ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਦੀ ਗੱਲ ਕਰਦੇ ਹੋ, ਤਾਂ 2 ਪ੍ਰਕਾਰ ਦੀਆਂ ਪੋਸਟਾਂ ਦੀ ਭਰਤੀ ਕਰਦੇ ਨੇ। ਇੱਕ ਤਾਂ ਆਪਣੀ ਯੂਨੀਵਰਸਿਟੀ ਦੇ ਵਿੱਚ ਪੋਸਟਾਂ ਦੀ ਭਰਤੀ ਕਰਦੇ ਨੇ, ਉਹ ਅਲੱਗ ਹੁੰਦੀ ਆ। ਇੱਕ ਹੋਰ ਕਿਸੇ ਡਿਪਾਰਟਮੈਂਟ ਦੇ ਲਈ ਪੋਸਟਾਂ ਦੀ ਭਰਤੀ ਕਰਦੇ ਨੇ, ਉਹ ਪ੍ਰਕਿਰਿਆ ਅਲੱਗ ਹੁੰਦੀ ਆ, ਠੀਕ ਹੈ। ਹੋਰ ਕਿਸੇ ਡਿਪਾਰਟਮੈਂਟ ਦੇ ਲਈ ਭਰਤੀ ਕਰਦੇ ਨੇ, ਉਹ ਅਲੱਗ ਪ੍ਰਕਿਰਿਆ ਹੁੰਦੀ ਹੈ। ਇੱਕ ਖੁਦ ਲਈ ਵੀ ਹੋ ਸਕਦਾ ਹੈ, ਧਿਆਨ ਨਾਲ ਨੋਟੀਫਿਕੇਸ਼ਨ ਪੜ੍ਹੋ,
ठीक है। उदों क्या आ गया, पोस्ट ऑफिस दियाँ हो गई, ITBP हो गया, ITBP, CISF, ये इंडियन आर्मी, RRB, समझ गए। ये बाकी डिपार्टमेंट ने ਜਿਹੜੇ ਅਲੱਗ-ਅਲੱਗ ਪੋਸਟਾਂ ਕੱਢਦੇ ਨੇ, ਅਲੱਗ-ਅਲੱਗ ਸਮੇਂ ਤੇ ਕੱਢਦੇ ਨੇ। ਤੁਸੀਂ ਡਿਪਾਰਟਮੈਂਟ ਬਾਰੇ ਜਾਣਕਾਰੀ ਜ਼ਰੂਰ ਲਓ ਜਦੋਂ ਵੀ ਕੋਈ ਵੀ ਪੋਸਟ ਭਰਦੇ ਹੋ ਉਦੋਂ, ਠੀਕ ਹੈ। ਜਿਵੇਂ ਪੋਸਟ ਆਫਿਸ ਹੋ ਗਿਆ, ਇਹਦੇ 'ਚ RRB, ਰੇਲਵੇ ਰਿਕਰੂਟਮੈਂਟ ਬੋਰਡ, ਰੇਲਵੇ ਦੀਆਂ ਪੋਸਟਾਂ ਨਿਕਲਦੀਆਂ ਨੇ, ਪੰਜਾਬ ਪੁਲਿਸ ਦੀਆਂ ਨਿਕਲਦੀਆਂ ਨੇ। ਇਹ ਸਾਰੀਆਂ ਪੋਸਟਾਂ ਬਾਰੇ ਜਦੋਂ ਤੁਸੀਂ ਪੋਸਟ ਭਰਨੀਆਂ ਨਾ, ਪਹਿਲਾਂ ਨੋਟੀਫਿਕੇਸ਼ਨ ਦੇ ਵਿੱਚ ਡਿਪਾਰਟਮੈਂਟ ਦੀ ਡਿਟੇਲ ਦੇਖੋ, ਡਿਪਾਰਟਮੈਂਟ ਕਿਹੜਾ ਗਾ, ਕਿਹੜੇ ਡਿਪਾਰਟਮੈਂਟ ਦੁਆਰਾ ਕੱਢੀਆਂ ਗਈਆਂ, ਠੀਕ ਹੈ। ਇਹ ਸੀਗੀ ਬੇਸਿਕ ਜੀ ਜਾਣਕਾਰੀ ਡਿਪਾਰਟਮੈਂਟਸ ਬਾਰੇ। ਹੁਣ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ। ਜਦੋਂ ਨੋਟੀਫਿਕੇਸ਼ਨ ਆ ਗਿਆ ਤੁਹਾਡੇ ਕੋਲ, ਜਦੋਂ ਕੋਈ ਪੋਸਟ ਨਿਕਲਦੀ ਆ, ਤਾਂ ਸਭ ਤੋਂ ਪਹਿਲਾਂ ਜੇ ਤੁਸੀਂ ਇੰਟਰਨੈਟ ਕੈਫੇ 'ਤੇ ਵੀ ਭਰਨ ਜਾਂਦੇ ਹੋ ਤਾਂ ਨੋਟੀਫਿਕੇਸ਼ਨ ਮੰਗਾਓ ਜਾਂ ਨੋਟੀਫਿਕੇਸ਼ਨ ਚੈੱਕ ਕਰੋ ਜਾਂ ਨੋਟੀਫਿਕੇਸ਼ਨ ਨੂੰ ਪੜ੍ਹੋ। ਤਾਂ ਉਹਦੇ 'ਚ ਮੁੱਖ ਕਿਹੜੀਆਂ ਗੱਲਾਂ ਨੇ ਧਿਆਨ ਰੱਖਣ ਯੋਗ ਗੱਲਾਂ। ਪਹਿਲੀ, ਅੰਤਿਮ ਮਿਤੀ ਅਤੇ ਸ਼ੁਰੂਆਤੀ ਮਿਤੀ। ਦੇਖੋ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਪੋਸਟ ਦੀ ਲਾਸਟ ਡੇਟ ਕਦੋਂ ਆ ਅਤੇ ਸ਼ੁਰੂਆਤੀ ਡੇਟ ਕਦੋਂ ਆ, ਠੀਕ ਹੈ। ਤਾਂ ਤੁਹਾਡੇ ਗੇੜਿਆਂ ਦੀ ਬੱਚਤ ਹੋਏਗੀ। ਕਈ ਵਾਰ ਮੰਨ ਲਓ ਅੱਜ ਪੋਸਟਾਂ ਦੀ ਨੋਟੀਫਿਕੇਸ਼ਨ ਆ ਗਈ, ਠੀਕ ਹੈ, ਬਟ ਉਹਦੇ 'ਚ ਲਿਖਿਆ ਹੁੰਦਾ ਵੀ ਪੋਸਟਾਂ ਦੀ ਭਰਤੀ 25 ਤਰੀਕ ਤੋਂ ਕੀਤੀ ਜਾਏਗੀ, ਮਤਲਬ ਆਫਟਰ 5 ਡੇਜ਼ ਕੀਤੀ ਜਾਏਗੀ ਅੰਦਾਜ਼ਨ, ਠੀਕ ਹੈ। ਤਾਂ ਉਹ ਤੁਸੀਂ 5 ਦਿਨ ਗੇੜੇ ਮਾਰਦੇ ਰਹਿੰਦੇ ਹੋ, ਇੰਟਰਨੈਟ ਕੈਫੇ 'ਤੇ ਚਲੇ ਗਏ, ਪੋਸਟ ਭਰ ਦਈਏ ਜੀ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ੁਰੂਆਤੀ ਡੇਟ ਅਲੱਗ ਹੁੰਦੀ ਹੈ, ਲਾਸਟ ਡੇਟ ਅਲੱਗ ਹੁੰਦੀ ਹੈ, ਉਹ ਤੁਸੀਂ ਚੈੱਕ ਕਰਕੇ ਫਿਰ ਜਾਣਾ। ਨੰਬਰ 2, ਰਾਖਵਾਂਕਰਨ ਨਿਯਮ। ਰਾਖਵਾਂਕਰਨ ਹੁੰਦਾ ਰਿਜ਼ਰਵੇਸ਼ਨ ਬਾਰੇ ਚੈੱਕ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਤੁਸੀਂ ਅਲੱਗ-ਅਲੱਗ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਸਕਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ % ਸੀਟਾਂ ਕਿਸ ਕਮਿਊਨਿਟੀ ਲਈ ਰਿਜ਼ਰਵ ਨੇ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਉਮਰ ਦੀ ਵੀ ਤੁਹਾਨੂੰ ਪਤਾ ਛੋਟ ਮਿਲਦੀ ਆ SC ਜਾਂ OBC ਨੂੰ, ਠੀਕ ਹੈ। ਜਿਹੜੇ ਵੀ ਕੈਂਡੀਡੇਟ ਨੇ ਅਲੱਗ-ਅਲੱਗ ਜਾਤੀਆਂ ਨਾਲ ਸੰਬੰਧ ਰੱਖਦੇ ਨੇ ਤਾਂ ਉਹ ਰਾਖਵਾਂਕਰਨ ਦੇ ਨਿਯਮਾਂ ਨੂੰ ਜ਼ਰੂਰ ਧਿਆਨ ਨਾਲ ਪੜ੍ਹੋ। ਨੰਬਰ 3, ਸਿਲੇਬਸ ਅਤੇ ਪੇਪਰ ਦਾ ਢਾਂਚਾ ਅਤੇ ਪੇਪਰ ਲਈ ਸਮਾਂ। ਦੇਖੋ ਬਹੁਤ ਲੋਕ ਨੇ ਜਿਹੜੇ ਬੜੀ ਵੱਡੀ ਗਿਣਤੀ 'ਚ ਵਿਦਿਆਰਥੀ ਅਜਿਹੇ ਨੇ ਜਿਹੜੇ ਕੀ ਕਰਦੇ ਨੇ, ਫਾਰਮ ਭਰਿਆ ਆਉਂਦਾ, ਫਾਰਮ ਭਰ ਕੇ ਆ ਕੇ ਬਹਿ ਗਏ, ਜਿੱਦਣ ਰੋਲ ਨੰਬਰ ਆਊਗਾ ਉਦੋਂ ਪੇਪਰ ਦੇਣ ਜਾਵਾਂਗੇ। ਉਹਨਾਂ ਨੂੰ ਕੁਛ ਨਹੀਂ ਪਤਾ ਪੇਪਰ ਦੇ ਵਿੱਚ ਸਿਲੇਬਸ ਕੀ ਆ, ਪੇਪਰ ਦਾ ਢਾਂਚਾ ਕੀ ਆ ਅਤੇ ਪੇਪਰ ਲਈ ਸਮਾਂ ਕੀ ਆ। ਤਾਂ ਹੁਣ ਫਰਕ ਕੀ ਹੁੰਦਾ, ਦੇਖੋ ਸਿਲੇਬਸ ਹੁੰਦਾ ਕਿਸੇ ਵੀ ਡਿਪਾਰਟਮੈਂਟ ਦੁਆਰਾ ਆਮ ਤੌਰ 'ਤੇ ਪੋਸਟਾਂ ਜਦੋਂ ਕੱਢੀਆਂ ਜਾਂਦੀਆਂ ਨੇ ਜ਼ਿਆਦਾਤਰ, ਠੀਕ ਹੈ, ਤਾਂ ਉਹਨਾਂ ਨੇ ਸਿਲੇਬਸ ਵੀ ਨਾਲ ਹੀ ਦੇ ਦਿੰਦੇ ਨੇ ਵੀ ਇਸ ਸਿਲੇਬਸ ਦੇ ਵਿੱਚ ਅਸੀਂ ਪੇਪਰ ਪਾਵਾਂਗੇ, ਠੀਕ ਹੈ। ਨੰਬਰ 2, ਪੇਪਰ ਦਾ ਢਾਂਚਾ। ਪੇਪਰ ਦਾ ਢਾਂਚਾ ਹੁੰਦਾ ਤੁਸੀਂ ਇਹ ਦੇਖਣਾ ਵੀ ਮੰਨ ਲਓ ਮੈਥ ਕਿੰਨੇ ਨੰਬਰ ਦਾ ਆਉਣਾ ਗਾ, ਠੀਕ ਹੈ, ਪਲੱਸ ਪੇਪਰ ਦਾ ਸਮਾਂ, ਮੈਥ ਕਿੰਨੇ ਨੰਬਰ ਦਾ ਆਉਣਾ ਅਤੇ ਕਿੰਨੇ ਸਮੇਂ ਦੇ ਵਿੱਚ ਕਿੰਨੇ ਕੁਐਸਚਨ ਸੋਲਵ ਕਰਨੇ ਨੇ, ਠੀਕ ਹੈ। ਇਸੇ ਤਰ੍ਹਾਂ ਇੰਗਲਿਸ਼ ਕਿੰਨੇ ਨੰਬਰ ਦੀ ਆਉਣੀ ਆ, ਕਿੰਨੇ ਪ੍ਰਸ਼ਨ ਆਉਣੇ ਨੇ ਅਤੇ ਉਹਨਾਂ ਨੂੰ ਕਿੰਨੇ ਸਮੇਂ ਦੇ ਵਿੱਚ ਸੋਲਵ ਕਰਨਾ। ਇਹ ਸਾਰੀ ਜਾਣਕਾਰੀ ਤੁਹਾਨੂੰ ਪੇਪਰ ਦੇ ਢਾਂਚੇ ਦੇ ਵਿੱਚ ਜਾਣਕਾਰੀ ਹੋਣੀ ਜ਼ਰੂਰੀ ਆ, ਉਹ ਚੈੱਕ ਕਰੋ। ਫਿਰ ਤੁਸੀਂ ਇਹ ਦੇਖੋ ਵੀ ਕੀ ਤੁਹਾਡਾ ਉਹਨਾਂ ਵਿਸ਼ਿਆਂ ਦੇ ਵਿੱਚ ਇੰਟਰਸਟ ਹੈਗਾ, ਤਾਂ ਜਿਹੜੇ ਵਿਸ਼ੇ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਆਪਾਂ ਕਮਜ਼ੋਰ ਹਾਂ ਤਾਂ ਉਸ ਵਿਸ਼ੇ 'ਤੇ ਜ਼ਿਆਦਾ ਧਿਆਨ ਦਿਓ। ਕਿਹੜੇ ਵਿਸ਼ੇ 'ਤੇ ਕਿੰਨਾ ਟਾਈਮ ਮਿਲ ਰਿਹਾ, ਇਸ ਚੀਜ਼ ਨੂੰ ਵੀ ਮਾਇਨੇ ਰੱਖਦਾ, ਠੀਕ ਹੈ। ਬੈਂਕਿੰਗ ਦੇ ਵਿੱਚ ਆਪਾਂ ਨੂੰ ਪਤਾ ਫਾਸਟ ਪ੍ਰਕਿਰਿਆ ਕਰਨੀ ਪੈਂਦੀ ਹੈ, ਫਾਸਟ ਸੋਲਵਿੰਗ ਕਰਨੀ ਪੈਂਦੀ ਆ, ਇਸ ਲਈ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿਓ। ਨੰਬਰ 4, ਵਿਦਿਅਕ ਯੋਗਤਾ। ਵਿਦਿਅਕ ਯੋਗਤਾ ਤੁਹਾਨੂੰ ਪਤਾ ਮੇਨ ਹੈਗੀ ਵੀ ਹੈ। ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਕਿਸੇ ਪੋਸਟ ਲਈ ਕੀ ਕੁਆਲੀਫਿਕੇਸ਼ਨ ਆ ਤਾਂ ਤੁਸੀਂ ਕੀ ਕਰੋਗੇ, ਫਾਰਮ ਭਰਨ ਲੱਗੇ ਕਈ ਵਾਰ ਫਾਰਮ ਰਿਜੈਕਟ ਹੋ ਜਾਂਦਾ, ਠੀਕ ਹੈ। ਇਹ ਤੁਸੀਂ ਪਹਿਲਾਂ ਖੁਦ ਦੇਖੋ, ਕਿਸੇ ਨੂੰ ਕਹਿਣ ਤੋਂ ਪਹਿਲਾਂ। ਮੰਨ ਲਓ ਇੰਟਰਨੈਟ ਕੈਫੇ ਵਾਲੇ ਤੋਂ ਗਲਤੀ ਨਾਲ ਫਾਰਮ ਭਰਿਆ ਗਿਆ, ਤੁਸੀਂ ਬਾਅਦ 'ਚ ਆ ਕੇ ਉਹਨਾਂ ਨੂੰ ਕਹੋਗੇ ਮੇਰਾ ਤਾਂ ਫਾਰਮ ਗਲਤ ਭਰਤਾ, ਮੇਰੇ ਤਾਂ ਐਲੀਜੀਬਿਲਟੀ ਨਹੀਂ ਬਣਦੀ ਸੀ, ਤਾਂ ਐਲੀਜੀਬਿਲਟੀ ਚੈੱਕ ਕਿਹਨੇ ਕਰਨੀ, ਆਪਾਂ ਖੁਦ ਕਰਨੀ ਹੈ, ਕਿਉਂਕਿ ਫਾਰਮ ਕਿਹਨੇ ਭਰਨਾ, ਆਪਾਂ ਖੁਦ ਭਰਨਾ। ਆਪਾਂ ਨੂੰ ਜਦੋਂ ਆਪਦੀ ਯੋਗਤਾ ਹੀ ਨਹੀਂ ਚੈੱਕ ਕਰਨੀ ਆਉਂਦੀ, ਆਪਾਂ ਨੂੰ ਜਦੋਂ ਨੋਟੀਫਿਕੇਸ਼ਨ ਦੇ ਵਿੱਚ ਯੋਗਤਾ ਹੀ ਨਹੀਂ ਚੈੱਕ ਕਰਨੀ ਆਉਂਦੀ, ਫਿਰ ਅਜਿਹਾ ਆਪਾਂ ਫਾਰਮ ਕੀ ਭਰਾਂਗੇ, ਠੀਕ ਹੈ। ਅਗਲੀ ਗੱਲ, ਪ੍ਰੀਖਿਆ ਕੇਂਦਰ। ਦੇਖੋ ਕਈ ਪੋਸਟਾਂ ਆਮ ਤੌਰ 'ਤੇ ਤਾਂ ਪੋਸਟਾਂ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ, ਜਲੰਧਰ, ਠੀਕ ਹੈ, ਪਟਿਆਲਾ, ਬਠਿੰਡਾ, ਇਹ ਸੈਂਟਰ ਬਣ ਜਾਂਦੇ ਨੇ। ਪਰ ਕਈ ਵਾਰ ਬਾਈ ਚਾਂਸ ਤੁਹਾਡੀ ਪਹੁੰਚ ਹੀ ਨਾ ਹੋਵੇ, ਮੰਨ ਲਓ ਕੋਈ ਦਿੱਲੀ ਸੈਂਟਰ ਬਣਦਾ ਕਿਸੇ ਪੋਸਟ ਦੇ ਲਈ, ਤੁਸੀਂ ਜਾਣਾ ਹੀ ਨਹੀਂ ਚਾਹੁੰਦੇ, ਤਾਂ ਪਹਿਲਾਂ ਸੈਂਟਰ ਚੈੱਕ ਕਰ ਲਓ। ਤੁਹਾਨੂੰ ਲੱਗਦਾ ਦਿੱਲੀ ਤੁਸੀਂ ਜਾਣਾ ਨਹੀਂ, ਫਿਰ ਪੋਸਟ ਭਰਨ ਦਾ ਫਾਇਦਾ ਕੀ, ਠੀਕ ਹੈ। ਪੈਸੇ ਨਾ ਵੇਸਟ ਕਰੋ। ਅਪਲਾਈ ਕਰਨ ਦੀ ਫੀਸ ਵੀ ਧਿਆਨ ਨਾਲ ਚੈੱਕ ਕਰੋ। ਮੰਨ ਲਓ 1000 ਰੁਪਇਆ, ਤਾਂ ਕਈ ਵਾਰ ਡਿਟੇਲ ਲਿਖੀ ਹੁੰਦੀ ਹੈ ਵੀ ਮੰਨ ਲਓ ਜਦੋਂ ਫੀਸ ਜਮ੍ਹਾਂ ਕਰਾਉਂਦੇ ਹੋ ਤਾਂ ਕੋਸ਼ਿਸ਼ ਕਰੋ ਤੁਸੀਂ ਆਪਦੇ ਖਾਤੇ 'ਚ ਪੇਮੈਂਟ ਕਟਾ ਲਓ। ਜੇ ਕਿਤੇ ਡਿਟੇਲ ਮੰਗਦਾ ਤਾਂ ਆਪਦੇ ਖਾਤੇ ਦੀ ਡਿਟੇਲ ਦਿਓ। ਕਿਉਂ ਦਿਓ, ਕਿਉਂਕਿ ਕਈ ਵਾਰ ਰਿਫੰਡ ਆਉਣਾ ਹੁੰਦਾ ਕਈ ਪੋਸਟਾਂ ਦੇ ਵਿੱਚ। ਜਿਵੇਂ ਰੇਲਵੇ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਉਹਨਾਂ ਦੇ ਵਿੱਚ ਕੁਛ ਜੇ ਕੈਂਡੀਡੇਟ ਜਾ ਕੇ ਪੇਪਰ ਦੇ ਆਉਂਦਾ ਹੈ ਨਾ, ਤਾਂ ਉਹਨੂੰ ਕੁਛ ਫੀਸ ਰਿਫੰਡ ਹੋਣੀ ਆ, ਤਾਂ ਹੀ ਹੋਊਗੀ ਜੇ ਤੁਹਾਡਾ ਖਾਤਾ ਉਹਨਾਂ ਕੋਲ ਹੋਊਗਾ, ਠੀਕ ਹੈ। ਨਹੀਂ ਫਿਰ ਉਹ ਜੇ ਇੰਟਰਨੈਟ ਕੈਫੇ ਦਾ ਖਾਤਾ ਭਰਿਆ ਹੋਇਆ ਤਾਂ ਇੰਟਰਨੈਟ ਕੈਫੇ ਵਾਲੇ ਕੋਲ ਜਾ ਸਕਦੀ ਆ, ਠੀਕ ਹੈ। ਚੋਣ ਦੇ ਪੜਾਅ ਚੈੱਕ ਕਰੋ ਵੀ ਤੁਹਾਨੂੰ ਕਈਆਂ ਦਾ ਇਹੀ ਨਹੀਂ ਪਤਾ ਹੁੰਦਾ ਵੀ 2 ਪੇਪਰ ਹੋਣੇ ਨੇ ਜੀ, ਅੱਛਾ ਜੀ, ਬਾਅਦ 'ਚ ਪਤਾ ਲੱਗਦਾ ਪੋਸਟ ਦੇ 2 ਪੇਪਰ ਨੇ। ਤੁਸੀਂ ਪਹਿਲਾਂ 1 ਪੇਪਰ ਆ, ਮੰਨ ਲਓ ਦੂਜਾ ਪੇਪਰ ਆ, ਮੰਨ ਲਓ ਤੀਜਾ ਟਾਈਪਿੰਗ ਆ, ਤਾਂ ਇਹ ਚੀਜ਼ਾਂ ਤੁਸੀਂ ਚੈੱਕ ਕਰਨੀਆਂ ਨੇ, ਠੀਕ ਹੈ। ਪਹਿਲਾਂ ਹੀ ਚੈੱਕ ਕਰੋ ਵੀ ਕਿਹੜੇ ਪੜਾਅ ਨੇ। ਅਪਲਾਈ ਕਰਨ ਸਮੇਂ ਫੋਟੋ ਜਾਂ ਹਸਤਾਖਰ ਜਾਂ ਹੋਰ ਹਾਂ ਇਹ ਮੇਜਰ ਗੱਲ ਆ। ਦੇਖੋ
ਕਈ ਡਿਪਾਰਟਮੈਂਟਾਂ ਦੁਆਰਾ ਜਦੋਂ ਤੁਸੀਂ ਪੋਸਟ ਅਪਲਾਈ ਕਰਤੀ ਤੁਸੀਂ ਤਾਂ ਮੌਜ ਨਾਲ ਬਹਿ ਗਏ ਵੀ ਆਪਾਂ ਪੋਸਟ ਅਪਲਾਈ ਕਰਤੀ ਆ ਗਏ ਘਰ ਠੀਕ ਹੈ ਆਪਣੀ ਜ਼ਿੰਮੇਵਾਰੀ ਖਤਮ। ਬਟ ਤੁਹਾਡਾ ਜਦੋਂ ਰੋਲ ਨੰਬਰ ਆਉਂਦਾ ਉਦੋਂ ਲਿਖਿਆ ਆ ਜਾਂਦਾ ਵੀ ਯੂ ਮਤਲਬ ਫਾਰਮ ਇਜ਼ ਰਿਜੈਕਟਡ। ਕਿਉਂ? ਵੱਡੀ ਗਿਣਤੀ ਦੇ ਵਿੱਚ ਅਜਿਹੇ ਮੌਕੇ ਉਦੋਂ ਆਉਂਦੇ ਨੇ ਜਦੋਂ ਤੁਸੀਂ ਉਹਨਾਂ ਦੀ ਇੰਸਟਰਕਸ਼ਨਸ ਦੇ ਮੁਤਾਬਿਕ ਫਾਰਮ ਭਰਨ ਲੱਗੇ ਨੇ, ਇੰਸਟਰਕਸ਼ਨਸ ਦਿੱਤੀਆਂ ਹੁੰਦੀਆਂ ਨੇ ਅਪਲਾਈ ਕਰਨ ਦੀਆਂ ਇੰਸਟਰਕਸ਼ਨਸ, ਤਾਂ ਉਹ ਨਹੀਂ ਤੁਸੀਂ ਧਿਆਨ ਨਾਲ ਪੜ੍ਹਦੇ। ਮੰਨ ਲਓ ਫੋਟੋ ਦਾ ਸਾਈਜ਼ ਲਿਖਿਆ 3x5 × 4.5 ਸੈਂਟੀਮੀਟਰ, ਤੁਸੀਂ ਪੜ੍ਹੇ ਹੀ ਨਹੀਂ, ਤੁਸੀਂ ਵੱਡੀ ਫੋਟੋ ਚੱਕਦੀ ਛੋਟੀ ਫੋਟੋ ਚੱਕਦੀ ਤਾਂ ਉਹਨਾਂ ਨੇ ਰਿਜੈਕਟ ਕਰਤਾ ਫਾਰਮ। ਨਾਲੇ ਪੈਸੇ ਗਏ, ਨਾਲੇ ਫਾਰਮ ਗਿਆ, ਨਾਲੇ ਮੌਕਾ ਗਿਆ। ਠੀਕ ਹੈ। ਅਤੇ ਲਾਸਟ ਗੱਲ ਮੈਂ ਇਹਦੇ 'ਚ ਕਹੂੰਗਾ ਵੈੱਬਸਾਈਟ ਨੂੰ ਜ਼ਰੂਰ ਵਾਰ-ਵਾਰ ਦੇਖੋ। ਇਹ ਤਾਂ ਮੈਂ ਖੁਦ ਫੀਲ ਕੀਤੀ ਹੈ ਇਹ ਗੱਲ। ਠੀਕ ਹੈ। ਤੁਸੀਂ ਇਹ ਦੇਖੋ ਵੀ ਆਪਾਂ ਫਾਰਮ ਭਰਤਾ, ਉਦੋਂ ਬਾਅਦ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਪੇਪਰ ਹੋ ਗਿਆ, ਪੇਪਰ ਕਦੋਂ ਹੋਣਾ, ਪੇਪਰ ਦੀ ਕੋਈ ਡੇਟ ਤਾਂ ਨਹੀਂ ਚੇਂਜ ਹੋਈ, ਐਡਮਿਟ ਕਾਰਡ ਕਦੋਂ ਆਉਣੇ ਨੇ। ਕਈ ਵਾਰ ਕੋਈ ਪੋਸਟਾਂ ਰੱਦ ਹੋ ਜਾਂਦੀਆਂ ਨੇ, ਉਹਦੇ 'ਚ ਨੋਟੀਫਿਕੇਸ਼ਨ ਆ ਜਾਂਦਾ ਭਾਈ ਪੋਸਟਾਂ ਰੱਦ ਹੋ ਗਈਆਂ, ਤੁਹਾਨੂੰ ਪੈਸੇ ਵਾਪਸ ਕਰਾਂਗੇ, ਤਾਂ ਉਹਦਾ ਪ੍ਰੋਸੀਜਰ ਹੁੰਦਾ ਗਾ। ਬਹੁਤ ਜ਼ਿਆਦਾ ਗਿਣਤੀ 'ਚ ਗੱਲਾਂ ਹੁੰਦੀਆਂ ਨੇ। ਪੇਪਰ ਦੇ ਆਏ, ਉਹਦਾ ਰਿਜ਼ਲਟ ਆ, ਠੀਕ ਹੈ, ਮੰਨ ਲਓ ਰਿਜ਼ਲਟ ਵੀ ਕਲੀਅਰ ਹੋ ਗਿਆ, ਫਿਰ ਦੂਜੇ ਪੇਪਰ ਲਈ ਐਡਮਿਟ ਕਾਰਡ ਆ, ਸਟੈਪ ਹੀ ਸਟੈਪ ਨੇ। ਪਰ ਜ਼ਿਆਦਾਤਰ ਜਾਣਕਾਰੀ ਅੱਜ ਕੱਲ੍ਹ ਹਰੇਕ ਵਿਭਾਗ ਦੁਆਰਾ ਲਗਭਗ ਔਨਲਾਈਨ ਵੈਬਸਾਈਟ ਦੇ ਉੱਪਰ ਹੀ ਦਿੱਤੀ ਜਾਂਦੀ ਹੈ। ਇਸ ਲਈ ਸੰਬੰਧਿਤ ਵਿਭਾਗ ਦੀ ਵੈਬਸਾਈਟ ਜ਼ਰੂਰ ਚੈੱਕ ਕਰੋ, ਵਾਰ-ਵਾਰ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹੋ। ਕਿਉਂਕਿ ਕਿਤੇ ਮੌਕਾ ਖੁੰਝ ਨਾ ਜਾਵੇ। ਠੀਕ ਹੈ। ਡਿਪਾਰਟਮੈਂਟ ਦੁਆਰਾ ਵੈਸੇ ਕਈ ਵਾਰ ਮੇਲ ਵੀ ਆ ਜਾਂਦੀ ਹੈ, ਪਰ ਮੰਨ ਕੇ ਚੱਲੋ ਵੀ ਤੁਸੀਂ ਆਪਾਂ ਵੈਬਸਾਈਟ ਵੀ ਚੈੱਕ ਕਰਨੀ ਆ, ਆਪਦੇ ਕੋਲ ਲਿਖ ਕੇ ਰੱਖ ਲਓ ਹੈ ਨਾ ਵੀ ਮੈਂ ਇਹ ਪੋਸਟ ਭਰੀ ਆ, ਇਸ ਡਿਪਾਰਟਮੈਂਟ ਦੀ ਇਹ ਪੋਸਟ ਭਰੀ ਆ। ਅਤੇ ਠੀਕ ਹੈ ਵੀ ਉਹ ਡਿਪਾਰਟਮੈਂਟ ਦੀ ਵੈਬਸਾਈਟ ਨੂੰ ਵਾਰ-ਵਾਰ ਚੈੱਕ ਕਰਦੇ ਰਹਿਣਾ। ਅਗਲੀ ਗੱਲ, ਇਦੋਂ ਬਿਨਾਂ ਜੋ ਲਿਖਿਆ ਤੁਸੀਂ ਗਿਣਤੀ ਵੀ ਜ਼ਰੂਰ ਚੈੱਕ ਕਰਿਆ ਕਰੋ। ਦੇਖੋ ਕਈ ਵਾਰ ਮੈਂ ਤੁਹਾਨੂੰ ਦੱਸਦਾ ਇਹਦੀ ਵੀ ਹੈ ਨਾ ਵੀ ਕਈ ਡਿਪਾਰਟਮੈਂਟ ਅਜਿਹੇ ਨੇ ਪੋਸਟਾਂ ਲਿਖੀਆਂ ਹੁੰਦੀਆਂ ਨੇ 8800 ਪੋਸਟ ਨਿਕਲ ਗਈ, ਡਨ, ਤੁਸੀਂ ਖੁਸ਼ ਹੋ ਕੇ ਫਾਰਮ ਭਰਤਾ। ਤੁਸੀਂ ਕੁਛ ਨਹੀਂ, ਤੁਸੀਂ ਕੈਫੇ ਦੇ ਬਾਹਰ ਵੀ ਜਾਂ ਕਿਤੇ ਵੀ ਬਾਹਰ ਲਿਖਿਆ ਹੁੰਦਾ ਜਾਂ ਕਿਸੇ ਵੀ ਐਡਵਰਟਾਈਜ਼ਮੈਂਟ ਦੇ ਵਿੱਚ ਲਿਖਿਆ ਹੁੰਦਾ ਵੀ 8800 ਪੋਸਟਾਂ, ਠੀਕ ਹੈ, ਡਾਕਖਾਨੇ ਵਿੱਚ ਭਰਤੀ। ਪਰ ਤੁਸੀਂ ਇਹ ਨਹੀਂ ਦੇਖਦੇ ਵੀ ਉਹਦੇ ਵਿੱਚ ਪੰਜਾਬ ਦੀਆਂ ਕਿੰਨੀਆਂ ਨੇ, ਤੁਸੀਂ ਕਿੰਨੀਆਂ ਦੇ ਵਿੱਚ ਯੋਗ ਹੋ। ਤੁਸੀਂ ਕਈ ਵਾਰ ਡਿਪਾਰਟਮੈਂਟ ਦਾ ਰੂਲ ਹੁੰਦਾ ਵੀ ਆਪਦੇ ਸਟੇਟ ਦੇ ਵਿੱਚ ਹੀ ਭਰੋ, ਤੁਸੀਂ ਉਹ ਚੈੱਕ ਨਹੀਂ ਕਰਦੇ, ਤੁਸੀਂ 8800 ਸਮਝ ਕੇ ਪੋਸਟ ਭਰ ਦਿੰਦੇ ਹੋ ਦਵਾ ਦੇ ਵੀ ਰਹਿ ਨਾ ਜਾਵਾਂ ਮੈਂ। ਪੋਸਟ ਆਉਂਦੀਆਂ ਵਿੱਚ 150। ਗਿਣਤੀ ਜ਼ਰੂਰ ਚੈੱਕ ਕਰੋ, ਫਿਰ ਡਿਸੀਜਨ ਲਓ ਮੈਂ ਭਰਨੀ ਆ ਕਿ ਨਹੀਂ ਭਰਨੀ। ਮੈਂ ਇਹ ਨਹੀਂ ਕਹਿੰਦਾ ਘੱਟ ਗਿਣਤੀ 'ਚ ਪੋਸਟਾਂ ਨਾ ਭਰੋ, ਮੈਂ ਕਹਿੰਦਾ ਵੀ ਗਿਣਤੀ ਚੈੱਕ ਕਰਕੇ ਫਿਰ ਭਰੋ। ਠੀਕ ਹੈ। ਘੱਟ ਗਿਣਤੀ 'ਚ ਪੋਸਟਾਂ ਆਪਾਂ ਭਰਨੀਆਂ ਨੇ, ਜੋ ਤੁਹਾਡੀ ਇੱਛਾ ਕਰੋ, ਬਟ ਪਹਿਲਾਂ ਚੈੱਕ ਜ਼ਰੂਰ ਕਰ ਲਓ। ਠੀਕ ਹੈ। ਉਸ ਤੋਂ ਅੱਗੇ ਦੇਖੋ ਆਪਣੇ ਕੋਲ ਆ ਗਿਆ ਸਿਲੇਬਸ। ਪਿੱਛੇ ਜੋ ਆਪਾਂ ਪੜ੍ਹਿਆ ਏ ਉਹਦੇ 'ਚ ਧਿਆਨ 'ਚ ਰੱਖਿਓ ਵੀ ਨੋਟੀਫਿਕੇਸ਼ਨ ਪੂਰਾ ਪੜ੍ਹੋ। ਮੈਂ ਤਾਂ ਸਿਰਫ ਤੁਹਾਨੂੰ ਮੁੱਖ ਗੱਲਾਂ ਧਿਆਨ ਰੱਖਣ ਜੋ ਕਹੀਆਂ ਨੇ, ਬਾਕੀ ਪੂਰਾ ਡਿਟੇਲ 'ਚ ਨੋਟੀਫਿਕੇਸ਼ਨ ਪੜ੍ਹੋ, ਫੇਰ ਹੀ ਗੱਲ ਬਣੂਗੀ। ਠੀਕ ਹੈ। ਫੇਰ ਹੀ ਤੁਹਾਨੂੰ ਸਮਝ ਲੱਗੂਗੀ ਪੂਰੀ। ਨੋਟੀਫਿਕੇਸ਼ਨ ਪੜ੍ਹਨਾ ਬਲਕਿ ਸਿੱਖ ਲਓ। ਉਦੋਂ ਬਾਅਦ ਆ ਗਿਆ ਸਿਲੇਬਸ ਅਤੇ ਸਬਜੈਕਟਸ। ਇਹ ਕੋਈ ਇੱਕ ਕਿਸੇ ਟੈਸਟ ਲਈ ਸਬਜੈਕਟ ਜਾਂ ਸਿਲੇਬਸ ਨਹੀਂ ਦਿੱਤਾ ਪਿਆ, ਇਹ ਕਾਮਨਲੀ ਦਿੱਤਾ ਪਿਆ। ਠੀਕ ਹੈ। ਕਾਮਨਲੀ ਮਤਲਬ ਕਦ ਕਿਸੇ 'ਚ ਕੋਈ ਹੁੰਦਾ, ਕਿਸੇ 'ਚ ਕੋਈ ਹੁੰਦਾ, ਕਿਸੇ 'ਚ ਕੋਈ ਨਹੀਂ ਹੁੰਦਾ, ਕਿਸੇ 'ਚ ਕੋਈ ਨਹੀਂ ਹੁੰਦਾ। ਠੀਕ ਹੈ। ਤਾਂ ਮੇਨ ਜਿਹੜੇ ਬੇਸਿਕ ਜਿਹੇ ਸਬਜੈਕਟ ਨੇ ਮੈਂ ਉਹਨਾਂ ਬਾਰੇ ਜਾਣਕਾਰੀ ਦਿੰਦਾ, ਕਿਉਂਕਿ ਕਈ ਵਾਰ ਆਪਾਂ ਨਾ ਆਮ ਤੌਰ 'ਤੇ ਵਿਦਿਆਰਥੀ ਇਹ ਇੱਥੋਂ ਤੱਕ ਵੀ ਨਹੀਂ ਪਤਾ ਹੁੰਦਾ, ਕਈ ਫਿਜ਼ਿਕਸ ਕੈਮਿਸਟਰੀਆਂ ਵੀ ਸਮਝਦੇ ਨੇ ਵੀ ਇਹਦੇ ਵਿੱਚ ਆਏਗੀ, ਇਹ ਨੋਰਮਲ ਪੇਪਰਾਂ 'ਚ ਆਉਂਦੀ ਆ, ਕਈ ਪੇਪਰਾਂ 'ਚ ਆਉਂਦੀ ਆ, ਬਟ ਨੋਰਮਲ ਪੇਪਰਾਂ ਦੇ ਵਿੱਚ ਕਈਆਂ 'ਚ ਨਹੀਂ ਵੀ ਆਉਂਦੀ। ਠੀਕ ਹੈ। ਤਾਂ ਆਪਾਂ ਨੂੰ ਡਿਟੇਲ ਪਤਾ ਹੋਣੀ ਚਾਹੀਦੀ ਮੁੱਖ ਵਿਸ਼ੇ ਕਿਹੜੇ ਨੇ ਜਿਹੜੇ ਭਵਿੱਖ ਦੇ ਵਿੱਚ ਆਪਣੇ ਕੰਮ ਆਉਂਦੇ ਨੇ ਗੌਰਮੈਂਟ ਜੋਬ ਦੇ ਲਈ। ਪਹਿਲਾ ਹੁੰਦਾ ਰੀਜ਼ਨਿੰਗ ਐਬਿਲਿਟੀ ਜਾਂ ਮੈਂਟਲ ਐਬਿਲਿਟੀ ਜਾਂ ਜਨਰਲ ਇੰਟੈਲੀਜੈਂਸ, ਮਤਲਬ ਦਿਮਾਗੀ ਯੋਗਤਾ ਦਾ ਵਿਸ਼ਾ ਹੈ। ਇਹ ਵਿਸ਼ੇ ਬਾਰੇ ਬਹੁਤ ਘੱਟ ਵਿਦਿਆਰਥੀ ਸੁਣਦੇ ਨੇ। ਅੱਜ ਕੱਲ੍ਹ ਤਾਂ ਵੈਸੇ ਹਰੇਕ ਸਕੂਲ ਦੇ ਵਿੱਚ ਲਗਭਗ 6ਵੀਂ ਕਲਾਸ ਤੋਂ ਇਹ ਵਿਸ਼ਾ ਲਗਾ ਦਿੰਦੇ ਨੇ। ਠੀਕ ਹੈ। ਬਟ ਫਿਰ ਵੀ ਵਿਦਿਆਰਥੀਆਂ ਨੂੰ ਘੱਟ ਪਤਾ ਜਿਹੜੇ ਪਹਿਲਾਂ ਪੜ੍ਹ ਚੁੱਕੇ ਨੇ। ਠੀਕ ਹੈ। ਇਹ ਵਿਸ਼ਾ ਅਜਿਹਾ ਵਿਸ਼ਾ ਜਿਹਦੇ ਵਿੱਚ ਜਿਵੇਂ ਤੁਹਾਡੀ ਦਿਮਾਗੀ ਯੋਗਤਾ ਨੂੰ ਪਰਖਿਆ ਜਾਂਦਾ, ਜਿਵੇਂ ਕੋਡਿੰਗ, ਡੀਕੋਡਿੰਗ, ਡਾਇਰੈਕਸ਼ਨ ਸੈਂਸ ਟੈਸਟ ਇਹਦੇ ਵਿੱਚ ਆਉਂਦੇ ਨੇ, ਵਰਬਲ ਰੀਜ਼ਨਿੰਗ, ਨੋਨ ਵਰਬਲ ਰੀਜ਼ਨਿੰਗ। ਠੀਕ ਹੈ। ਇਹ ਆਉਂਦੇ ਨੇ ਸਬਜੈਕਟ। ਡਿਟੇਲ ਤਾਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਹੈ ਨਾ ਇਹ ਇੱਕ ਵੀਡੀਓ ਦੇ ਵਿੱਚ, ਇਸ ਲਈ ਜਦੋਂ ਬੁੱਕ ਲੈਣਾ ਤਾਂ ਤੁਹਾਨੂੰ ਪਤਾ ਹੋਵੇ, ਸਿਲੇਬਸ ਚੈੱਕ ਕਰੋਗੇ ਉਦੋਂ ਤੁਹਾਨੂੰ ਪਤਾ ਲੱਗ ਜਾਏਗਾ। ਦੂਜਾ ਹੁੰਦਾ ਅਰਿਥਮੈਟਿਕ, ਜਿਹਨੂੰ ਆਪਾਂ ਮੈਥ ਵੀ ਕਹਿ ਦਿੰਦੇ ਹਾਂ, ਨਮੈਰੀਕਲ ਮੈਥਮੈਟੀਕਲ ਐਬਿਲਿਟੀ, ਅੰਕ ਗਣਿਤਕ ਜਾਂ ਸੰਖਿਆਤਮਕ ਅਤੇ ਗਣਿਤਕ ਯੋਗਤਾ। ਠੀਕ ਹੈ। ਇਹ ਮੈਥ ਹੀ ਹੁੰਦਾ ਲਗਭਗ, ਜਿਵੇਂ ਲੋਸ ਪ੍ਰੋਫਿਟ ਦੇ ਸਮ ਹੋ ਗਏ, ਲਾਭ ਹਾਨੀ ਦੇ ਹੋ ਗਏ, ਪ੍ਰਤੀਸ਼ਤ ਦੇ ਹੋ ਗਏ। ਠੀਕ ਹੈ। ਰੇਸ਼ੋ ਪ੍ਰਪੋਰਸ਼ਨੇਟ ਦੇ ਹੋ ਗਏ, ਏਰੀਆ ਹੋ ਗਿਆ, ਏਰੀਆ ਵੋਲਿਊਮ ਹੋ ਗਿਆ, ਉਹ ਕੁਛ ਵੀ ਹੋ ਸਕਦਾ। ਡਿਟੇਲਡ ਸਿਲੇਬਸ ਹਰੇਕ ਵਿਭਾਗ ਦਾ ਅਲੱਗ ਅਲੱਗ ਹੋ ਸਕਦਾ, ਤੁਸੀਂ ਚੈੱਕ ਕਰੋ।
ਤੀਜਾ ਵਿਸ਼ਾ ਹੁੰਦਾ ਆਮ ਤੌਰ 'ਤੇ ਆਮ ਜਾਣਕਾਰੀ ਜਾਂ ਜਨਰਲ ਨੌਲੇਜ ਜਿਹਨੂੰ ਕਹਿ ਦਿੰਦੇ ਹਾਂ। ਇਹ ਵੀ ਲਗਭਗ ਹਰੇਕ ਪੋਸਟਾਂ ਦੇ ਵਿੱਚ ਹੁੰਦਾ, ਠੀਕ ਹੈ। ਲਗਭਗ ਕੁਛ ਪੋਸਟਾਂ ਅਜਿਹੀਆਂ ਵੀ ਹੁੰਦੀਆਂ ਜਿਨ੍ਹਾਂ ਵਿੱਚ ਨਹੀਂ ਹੁੰਦਾ, ਠੀਕ ਹੈ। ਤਾਂ ਉਹ ਤੁਸੀਂ ਸਿਲੇਬਸ ਚੈੱਕ ਕਰਨਾ। ਇਹ ਤੁਹਾਨੂੰ ਪਤਾ ਹੀ ਹੈ ਜਾਣਕਾਰੀ, ਇਹਦੇ ਵਿੱਚ ਜ਼ਰੂਰ ਧਿਆਨ ਰੱਖਿਆ ਕਰੋ ਵੀ ਜਦੋਂ ਜਾਣਕਾਰੀ ਦਾ ਸਿਲੇਬਸ ਦਿੱਤਾ ਨਾ, ਆਮ ਜਨਰਲ ਨੌਲੇਜ ਦਾ ਸਿਲੇਬਸ ਤੁਹਾਨੂੰ ਦਿੱਤਾ ਹੋਇਆ, ਤਾਂ ਉਹਦੇ ਚੈੱਕ ਕਰੋ ਵੀ ਇੰਡੀਆ ਬਾਰੇ ਆ, ਪੰਜਾਬ ਬਾਰੇ ਆ ਕਿ ਵਰਲਡ ਬਾਰੇ ਆ, ਕਿਸ ਟੌਪਿਕ ਬਾਰੇ, ਹਿਸਟੋਰੀਕਲ ਆ, ਪੋਲੀਟੀਕਲ ਆ, ਜਿਓਗ੍ਰਾਫੀਕਲ ਆ, ਉਹ ਡਿਟੇਲ ਚੈੱਕ ਜ਼ਰੂਰ ਕਰਿਆ ਕਰੋ। ਕੰਪਿਊਟਰ ਅਵੇਅਰਨੈਸ, ਇਹ ਵਿਸ਼ਾ ਵੀ ਅੱਜ ਕੱਲ੍ਹ ਪ੍ਰਚਲਿਤ ਹੋ ਗਿਆ, ਠੀਕ ਹੈ। ਅੱਜ ਕੱਲ੍ਹ ਬਹੁਤ ਵੱਡੀ ਗਿਣਤੀ 'ਚ ਟੈਸਟਾਂ ਦੇ ਵਿੱਚ ਇਹ ਵਿਸ਼ਾ ਆਉਣ ਲੱਗ ਗਿਆ। ਇਹ ਵਿਸ਼ੇ ਦੇ ਵਿੱਚ ਆਮ ਤੌਰ 'ਤੇ ਧਿਆਨ 'ਚ ਰੱਖਿਓ ਕੰਪਿਊਟਰ ਫੰਡਾਮੈਂਟਲਸ, ਮਤਲਬ ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ, ਉਸ ਟੌਪਿਕ ਬਾਰੇ ਜ਼ਿਆਦਾ ਸਿਲੇਬਸ ਆਉਂਦਾ, ਠੀਕ ਹੈ। ਇੰਗਲਿਸ਼ ਲੈਂਗੁਏਜ, ਬਾਕੀ ਸਿਲੇਬਸ ਦਾ ਕੰਪਿਊਟਰ ਬਾਰੇ ਵੀ ਦਿੱਤਾ ਹੁੰਦਾ ਉਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਜੇ ਹੋਵੇ ਤਾਂ। ਇੰਗਲਿਸ਼ ਲੈਂਗੁਏਜ ਤੁਹਾਨੂੰ ਪਤਾ, ਇੰਗਲਿਸ਼ ਭਾਸ਼ਾ ਬਾਰੇ ਇਹਦੇ 'ਚ ਵੀ ਜਿਵੇਂ ਐਂਟੋਨੀਅਮ, ਸਿਨੋਨੀਅਮ, ਪੈਰਾਗ੍ਰਾਫ 'ਚ ਕੁਐਸਚਨ ਲੱਭਣੇ, ਕੁਛ ਵੀ ਆ ਸਕਦਾ, ਉਹ ਸਿਲੇਬਸ ਚੈੱਕ ਕਰੋ। ਇੱਕ ਸਬਜੈਕਟ ਹੁੰਦਾ ਪੰਜਾਬੀ ਜਾਂ ਹਿੰਦੀ, ਇਹ ਆਮ ਤੌਰ 'ਤੇ ਸਟੇਟ ਦੀਆਂ ਪੋਸਟਾਂ ਦੇ ਵਿੱਚ ਹੁੰਦਾ। ਜਿਵੇਂ ਪੰਜਾਬ ਦੀਆਂ ਪੋਸਟਾਂ ਨੇ, ਇਹਦੇ 'ਚ ਪੰਜਾਬੀ ਭਾਸ਼ਾ ਨੂੰ ਵੀ ਮਹੱਤਤਾ ਦਿੱਤੀ ਜਾਂਦੀ ਹੈ, ਉਹ ਵੀ ਟੈਸਟ ਦਾ ਇੱਕ ਪਾਰਟ ਹੁੰਦਾ ਗਾ, ਠੀਕ ਹੈ। ਇਸ ਤਰ੍ਹਾਂ ਦੇ ਵਿਸ਼ੇ ਆਪਾਂ ਨੂੰ ਸਮਝਣੇ ਚਾਹੀਦੇ ਨੇ, ਦੇਖਣੇ ਚਾਹੀਦੇ ਨੇ, ਡਿਟੇਲਡ ਸਿਲੇਬਸ ਦੇਖਣਾ ਚਾਹੀਦਾ। ਅਗਲੀ ਗੱਲ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਗੱਲ ਕਹੂੰਗਾ, ਵਿਦਿਆਰਥੀ ਆਉਂਦੇ ਨੇ ਮੈਨੂੰ ਕਈ ਵਾਰ ਫੋਨ ਵੀ ਕਰਨਗੇ, ਮੇਰੇ ਸੰਪਰਕ 'ਚ ਵੀ ਹੁੰਦੇ ਨੇ, ਹੈ ਨਾ। ਤਾਂ ਉਹ ਪਤਾ ਕੀ ਕਹਿਣਗੇ, ਸਰ ਇਸ ਪੋਸਟ ਲਈ ਕਿਹੜੀ ਕਿਤਾਬ ਪੜ੍ਹੀਏ, ਕਿਹੜੀ ਕਿਤਾਬ ਬੈਸਟ ਆ। ਇਹ ਡੈਫੀਨੇਸ਼ਨ ਬਾਰੇ ਮੈਂ ਕੁਛ ਨਹੀਂ ਕਹੂੰਗਾ, ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਸਕਦਾ ਹੁੰਦਾ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਸਮਝਾਉਣਾ ਜ਼ਰੂਰੀ ਆ, ਤੁਸੀਂ ਵੀ ਸਮਝ ਲਓ, ਇੱਕ ਗੱਲ ਪੱਲੇ ਬੰਨ੍ਹ ਲਓ। ਇੱਕ ਕਿਤਾਬ ਨੂੰ ਪੜ੍ਹ ਕੇ ਜੇ ਤੁਸੀਂ ਕਹੋ ਟੈਸਟ ਕਲੀਅਰ ਹੋ ਜਾਊਗਾ, ਹੋ ਸਕਦਾ, ਠੀਕ ਹੈ, 1% ਪੋਸੀਬਲ ਆ, ਪਰ 99% ਤੁਹਾਨੂੰ ਡਿਟੇਲਡ ਜਾਣਕਾਰੀ ਲੈਣੀ ਜ਼ਰੂਰੀ ਹੁੰਦੀ ਆ। ਅੱਜ ਦਾ ਯੁੱਗ ਕੰਪੀਟੀਸ਼ਨ ਦਾ ਯੁੱਗ ਆ। ਅੱਜ ਇਹ ਨਾ ਸੋਚੋ ਇੱਕ ਕਿਤਾਬ 'ਚੋਂ ਪੇਪਰ ਆਊਗਾ, ਪੇਪਰ ਕਿਤੋਂ ਵੀ ਕਿਵੇਂ ਵੀ ਸੈੱਟ ਕੀਤਾ ਜਾ ਸਕਦਾ ਹੁੰਦਾ, ਬਟ ਤੁਹਾਨੂੰ ਹਰੇਕ ਵਿਸ਼ੇ ਬਾਰੇ ਡਿਟੇਲਡ ਨੌਲੇਜ, ਲੰਬਾ ਸਮਾਂ ਸਟੱਡੀ ਕਰਨੀ ਚਾਹੀਦੀ ਆ। ਜੇ ਗੌਰਮੈਂਟ ਜੋਬ ਲੈਣੀ ਆ ਤਾਂ 5-6 ਮਹੀਨੇ 4 ਮਹੀਨੇ ਲਗਾਤਾਰ ਪਹਿਲਾਂ ਸਟੱਡੀ ਕਰੋ, ਫਿਰ ਉਸ ਤੋਂ ਬਾਅਦ ਸੋਚੋ, ਠੀਕ ਹੈ। ਤੁਸੀਂ ਕੀ ਕਹਿੰਦੇ ਵੀ ਮੈਂ ਇੱਕ ਦਿਨ ਪੜ੍ਹ ਕੇ ਪੇਪਰ ਦੇ ਆਊਂਗਾ, ਹਾਂ ਤੁਹਾਡੀ ਲੱਕ ਤੇਜ਼ ਆ ਤਾਂ ਮੇ ਬੀ ਤੁਸੀਂ ਕਲੀਅਰ ਵੀ ਕਰ ਜਾਓ, ਪਰ ਆਮ ਤੌਰ 'ਤੇ ਬਹੁਤ ਮੁਸ਼ਕਿਲ ਹੁੰਦਾ, ਠੀਕ ਹੈ। ਡਿਟੇਲਡ ਪੜ੍ਹੋ, ਡਿਟੇਲਡ ਜਾਣਕਾਰੀ ਲਓ। ਡਿਟੇਲ ਲਈ ਜਿਹੜੀਆਂ ਕਿਤਾਬਾਂ ਨੇ ਉਹ ਤੁਸੀਂ ਮੈਥੋਂ ਵੀ ਗਾਈਡੈਂਸ ਲੈ ਸਕਦੇ ਵੀ ਕਿਹੜੀਆਂ ਕਿਤਾਬਾਂ ਬੈਸਟ ਨੇ, ਜਾਂ ਕਿਹੜੀਆਂ ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ, ਕਿਹੜੀਆਂ ਕਿਤਾਬਾਂ ਕਿਸ ਵਿਸ਼ੇ ਦੀਆਂ, ਕਿਸ ਪਬਲਿਸ਼ਰ ਦੀਆਂ ਠੀਕ ਰਹਿਣਗੀਆਂ, ਠੀਕ ਹੈ, ਕਾਮਨਲੀ ਜਿਹੜੀਆਂ ਆਪਾਂ ਨੂੰ ਲੱਗਦਾ ਵੀ ਜ਼ਿਆਦਾ ਸਹੀ ਰਹਿੰਦੀਆਂ ਨੇ ਬਾਕੀਆਂ ਮੁਕਾਬਲੇ, ਠੀਕ ਹੈ। ਤਾਂ ਡਿਟੇਲਡ ਜਾਣਕਾਰੀ ਜ਼ਰੂਰ ਲਓ, ਫਿਰ ਉਸ ਤੋਂ ਬਾਅਦ ਪੋਸਟ ਭਰੋ। ਦੇਖੋ ਇਹਦੇ ਨਾਲ ਹੀ ਮੈਂ ਤੁਹਾਨੂੰ ਲਾਸਟ 'ਤੇ ਫਿਰ ਇਹ ਲਿਖਦਾ ਵੀ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ, ਫਿਰ ਉਸ ਤੋਂ ਬਾਅਦ ਪੋਸਟਾਂ ਬਾਰੇ ਜਾਣਕਾਰੀ ਲਓ, ਠੀਕ ਹੈ। ਫਿਰ ਤੁਸੀਂ ਪੋਸਟ ਅਪਲਾਈ ਕਰੋ। ਕਹਿਣ ਦਾ ਭਾਵ ਲਾਈ ਲੱਗਣ ਨਾਲ ਜਾਂ ਕਿਸੇ ਦਾ ਮਗਰ ਲੱਗ ਕੇ ਪੋਸਟ ਨਾ ਅਪਲਾਈ ਕਰੋ। ਜੇ ਤੁਹਾਨੂੰ ਸਮਝ ਲੱਗਦੀ ਹੈ, ਤੁਹਾਨੂੰ ਲੱਗਦਾ ਵੀ ਯੂ ਆਰ ਏਬਲ, ਠੀਕ ਹੈ, ਤੁਸੀਂ ਯੋਗ ਹੋ ਉਸ ਪੋਸਟ ਦੇ, ਫਿਰ ਤੁਹਾਨੂੰ ਭਰਨੀ ਚਾਹੀਦੀ ਆ, ਠੀਕ ਹੈ। ਪਰ ਬੇਸਿਕ ਗੱਲਾਂ ਦੀ ਜਾਣਕਾਰੀ ਆਪਦੇ ਪੱਲੇ ਬੰਨ੍ਹ ਲਓ, ਫਿਰ ਤੁਸੀਂ ਗੌਰਮੈਂਟ ਜੋਬ ਦੇ ਰਸਤੇ 'ਤੇ ਤੁਰ ਸਕਦੇ ਹੋ, ਠੀਕ ਹੈ। ਰੱਬ ਕਰਕੇ ਤੁਸੀਂ ਗੌਰਮੈਂਟ ਜੋਬ ਵੀ ਪ੍ਰਾਪਤ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਦੇਖੋ, ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਹਿਲੀ ਵਾਰ ਮੈਂ ਲਿਖਿਆ ਵੀ ਜੇ ਤੁਹਾਨੂੰ ਸੱਚੀ ਮੁੱਚੀ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਘੱਟੋ ਘੱਟ 10 ਪਰਸਨਸ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਕਿ ਮੇਰੇ ਲਈ ਵੀ ਮੋਟੀਵੇਸ਼ਨ ਦਾ ਇੱਕ ਸਰੋਤ ਬਣੂਗਾ, ਠੀਕ ਹੈ। ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਮੋਬਾਈਲ 'ਤੇ ਗੌਰਮੈਂਟ ਜੋਬ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ, ਲਗਾਤਾਰ ਨੋਟੀਫਿਕੇਸ਼ਨ ਕੋਸ਼ਿਸ਼ ਰਹੇਗੀ, ਸਹੀ ਨੋਟੀਫਿਕੇਸ਼ਨ, ਠੀਕ ਹੈ, ਮੁੱਖ ਮੇਨ ਜੋਬਸ ਦੇ, ਤਾਂ ਤੁਸੀਂ 9851600350 ਇਸ ਨੰਬਰ 'ਤੇ ਮੈਨੂੰ ਜੋਬਸ ਲਿਖ ਕੇ ਵਟਸਅਪ ਕਰ ਦਿਓ, ਠੀਕ ਹੈ। ਤੁਹਾਨੂੰ ਨੋਟੀਫਿਕੇਸ਼ਨ ਭੇਜ ਦਿਆ ਕਰਾਂਗਾ ਜੇ ਕੋਈ ਮੇਨ ਜੋਬਸ ਦੇ, ਠੀਕ ਹੈ। ਇਹ ਨੰਬਰ ਸੇਵ ਕਰ ਲਓ ਮੋਬਾਈਲ ਦੇ ਵਿੱਚ, ਕਿਉਂਕਿ ਮੈਂ ਬਰੋਡਕਾਸਟ ਲਿਸਟ ਦੇ ਰਾਹੀਂ ਹੀ ਭੇਜਾਂਗਾ, ਠੀਕ ਹੈ। 9851600350 ਅਤੇ ਮੈਨੂੰ ਜੋਬਸ ਲਿਖ ਕੇ ਤੁਸੀਂ ਮੈਸੇਜ ਕਰ ਸਕਦੇ ਹੋ। ਵਟਸਅਪ ਹੈ ਮੈਸੇਜ, ਪਲੀਜ਼ ਕਾਲ ਨਾ ਕੀਤੀ ਜਾਵੇ। ਇਸੇ ਨਾਲ ਹੀ ਮੇਰੀ ਵੀਡੀਓ ਖਤਮ ਹੁੰਦੀ ਹੈ। ਅੱਗੇ ਤੋਂ ਧੰਨਵਾਦ।